ਦੋਸਤੋ ਤੁਸੀਂ ਦੇਖ ਰਹੇ ਹੋ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਜਗਸੀਰ ਸਿੰਘ ਸੰਧੂ ਹਾਜ਼ਰ ਹਾਂ ਪ੍ਰੋਗਰਾਮ ਕੁੰਤਰੀ ਲਾਈਵ ਲੈ ਕੇ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਰੋਜ਼ਾਨਾ ਹੀ ਕਿਸੇ ਨਾ ਕਿਸੇ ਮਸਲੇ ਦੇ ਉੱਪਰ ਡਿਸਕਸ਼ਨ ਕਰਦੇ ਹਾਂ, ਕੋਈ ਨਾ ਕੋਈ ਪੰਥਕ ਮਸਲਾ ਵਿਚਾਰਦੇ ਹਾਂ। ਸੋ ਇਸ ਵੇਲੇ ਜੇ ਵੱਡਾ ਪੰਥਕ ਮਸਲਾ ਜੇ ਕਹਿ ਲਈਏ ਤਾਂ ਉਹ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਸਿੱਖਾਂ ਦੀ ਸਰਮੌਰ ਜਥੇਬੰਦੀ ਹੈ ਉਹਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਚੁੱਕੇ ਨੇਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ 328 ਸਰੂਪ शायद गिणती ये है, पूरी गिणती कितनी है ਉਹਦਾ पता नहीं है, वो गायब हो चुके ने। तो ये नाल ये भी है भी वो चाहे वो पूरी जांच हो गई है पर ਸਰੂਪਾਂ बारे अजे तक कोई पता नहीं लग सकिया वो कित्थे है। मीडिया ਦੇ ਵਿੱਚ ਇਹਦੀ बहुत चर्चा होंदी है, गाहे बगाहे बहुत सारे विद्वानां ਨਾਲ भी ਅਸੀਂ ਗੱਲ ਕਰਦੇ ਹਾਂ, पर ਅੱਜ ਅਸੀਂ ਗੱਲ करनी चाਹੁੰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਦੇ ਨਾਲ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਬਣੀ ਗੁਰਦੁਆਰਿਆਂ ਦੇ ਪ੍ਰਬੰਧ ਲਈ ਹੈ ਤੇ ਬੜੀਆਂ ਕੁਰਬਾਨੀਆਂ ਤੋਂ ਬਾਅਦ ਇਹ ਹੋਣ ਦੇ ਵਿੱਚ ਆਈ ਹੈਗੀ। ਸੋ ਇਹਦੇ ਵਿੱਚ ਇਸ ਤਰ੍ਹਾਂ ਦੀ ਜਿਹੜੀਆਂ ਊਣਤਾਈਆਂ ਪਾਈਆਂ ਗਈਆਂ ਨੇ ਜਾਂ ਇਸ ਤਰ੍ਹਾਂ ਦੀਆਂ ਜੋ ਆਹ ਦੁਨੀਆ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਰਿਹਾ ਹੈਗਾ, ਉਹਨੂੰ ਲੈ ਕੇ ਬਹੁਤ ਸਾਰੀ ਚਰਚਾ ਹੈ ਜਿਹੜੀ ਉਹ ਪੂਰੇ ਸਿੱਖ ਜਗਤ ਦੇ ਵਿੱਚ ਹੋਣ ਲੱਗੀ ਹੈਗੀ। ਸੋ ਅੱਜ ਇਹਨਾਂ ਸਾਰੀਆਂ ਗੱਲਾਂ ਤੇ ਬੜੀ ਬੇਬਾਕ ਗੱਲਬਾਤ ਕਰਨ ਵਾਸਤੇ ਜਾਣੇ ਜਾਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਬਲਦੇਵ ਸਿੰਘ ਚੁੰਘਾ ਹਾਜ਼ਰ ਹੋਏ ਆ। ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਕਰਦੇ ਹਾਂ ਸਵਾਗਤ। ਤੁਹਾਡਾ ਆਪਣਾ ਸਾਂਝਾ ਪੰਜਾਬ ਟੀਵੀ ਵੱਲੋਂ ਪ੍ਰੋਗਰਾਮ ਕੁੰਤਰੀ ਲਾਈਵ ਦੇ ਵਿੱਚ ਸਵਾਗਤ ਹੈ ਜੀ। मैं जी अपना साझा पंजाब टीवी है जिहड़ा ਉਹਦੇ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਸਰਦਾਰ ਜਗਜੀਤ ਸਿੰਘ ਜੀ ਸੰਧੂ ਸਾਹਿਬ ਤੁਹਾਨੂੰ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਜਿਹੜੀ ਫਤਿਹ ਉਹ ਅਰਜ਼ ਕਰਦਾ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਥੈਂਕ ਯੂ ਕਰਦਾ, ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਬੜੇ ਪੰਥਕ ਮਸਲੇ ਵਾਸਤੇ ਇੱਥੇ ਬੁਲਾ ਕੇ ਗੱਲਬਾਤ ਕਰਨ ਦਾ ਸਮਾਂ ਦਿੱਤਾ। ਇਹਦੇ ਵਾਸਤੇ ਮੈਂ ਤੁਹਾਡਾ ਧੰਨਵਾਦ ਕਰਦਾ ਜੀ। ਬਿਲਕੁਲ ਜੀ, ਗੱਲ ਤਾਂ ਇਹ ਵੀ ਹੈ ਜਥੇਦਾਰ ਜੀ ਵੀ ਤੁਸੀਂ ਦਲੇਰੀ ਕੀਤੀ ਹੈ, ਗੱਲ ਕਰਨ ਨੂੰ ਤਿਆਰ ਹੋਏ ਹੋ। ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤਾਂ ਭੱਜ ਰਹੇ ਨੇ, ਗੱਲ ਕਰਨ ਲਈ ਵੀ ਅੱਗੇ ਨਹੀਂ ਆ ਰਹੇ, ਉਹ ਹਾਲਾਤ ਇਹ ਬਣੇ ਹੋਏ ਨੇਗੇ। ਸੋ ਆਪਾਂ ਗੱਲ ਜਿਸ ਤਰ੍ਹਾਂ ਸ਼ੁਰੂ ਕੀਤੀ ਹੈ ਮੈਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਬੜੀ ਕੁਰਬਾਨੀਆਂ ਤੋਂ ਬਾਅਦ ਆਈ ਤੇ ਹੋਂਦ ਦੇ ਵਿੱਚ ਆਈ ਹੈ। ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਹੈ ਜਿਹੜਾ ਉਹ ਪੂਰੀ ਸਿੱਖ ਜਗਤ ਨੇ, ਚਾਹੇ ਉਹ ਇਹਦੀ ਚੋਣ ਹੈ ਜਿਹੜੀ ਉਹ ਪੰਜਾਬ 'ਚ ਹੀ ਹੁੰਦੀ ਹੈ, ਪਰ ਦੇਸ਼ਾਂ ਵਿਦੇਸ਼ਾਂ ਦਾ ਸਾਰੇ ਸਿੱਖ ਜਗਤ ਹੈ ਜਿਹੜਾ ਬਾਹਰ ਅੱਜ ਤਾਂ ਹੁਣ ਪੰਜਾਬ ਤੋਂ ਬਾਹਰ ਵੀ ਬਹੁਤ ਵੱਡੀ ਪੱਧਰ 'ਤੇ ਜਿਹੜੀ ਸਿੱਖ ਕੌਮ ਰਹਿ ਰਹੀ ਹੈ, ਪਰ ਉਹ ਸਾਰੀ ਟੇਕ ਹੈ ਜਿਹੜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਰੱਖੀ ਜਾਂਦੀ ਹੈਗੀ। ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜਾ ਕੁਝ ਮਤਲਬ ਸਾਹਮਣੇ ਆ ਰਿਹਾ ਹੈਗਾ, ਜਿਸ ਤਰ੍ਹਾਂ ਦਾ ਵਰਤਾਰਾ ਸਾਡੇ ਸਾਹਮਣੇ ਆ ਰਿਹਾ ਹੈਗਾ, ਜਿਹਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਚਰਚਾ ਹੋਣ ਲੱਗੀ, ਇੱਕ ਤਰ੍ਹਾਂ ਨਾਲ ਕ੍ਰੈਡੀਬਿਲਿਟੀ ਦਾਅ 'ਤੇ ਲੱਗ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਕੀ ਕਹੋਗੇ? ਪਹਿਲੇ ਤੇ ਜੀ ਤਕਰੀਬਨ 100 ਵਰਸ਼ ਹੈ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹ ਪੂਰੇ ਹੋਣ ਜਾ ਰਹੇ ਨੇ। 100 ਸਾਲ 1920 ਦੇ ਵਿੱਚ ਇਹ ਕਮੇਟੀ ਬਣੀ, ਹੁਣ 2020 ਦਾ ਸਮਾਂ। ਬਿਲਕੁਲ ਜੀ, ਇਹ ਜਿਹੜਾ 100 ਸਾਲ ਦਾ ਸੰਧੂ ਸਾਹਿਬ ਸਮਾਂ, ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬਹੁਤ ਵੱਡੀਆਂ ਪ੍ਰਾਪਤੀਆਂ ਨੇ। ਮਹੰਤਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣਾ, ਗੁਰੂ ਘਰ ਦੇ ਵਿੱਚ ਜੋ ਗੁਰੂ ਕੀ ਮਰਜ਼ਾਦਾ ਸੀ, ਗੁਰੂ ਮਹਾਰਾਜ ਦੇ ਮੁਤਾਬਕ ਗੁਰਬਾਣੀ ਦੀ ਲੋਅ ਦੇ ਵਿੱਚ ਮਰਜ਼ਾਦਾ ਨੂੰ ਲਾਗੂ ਕਰਨਾ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਹੈ ਤਰਜੀਹ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਵੀ ਸਿੱਖਾਂ ਨੂੰ ਕਿਤੇ ਕੋਈ ਵੀ ਦੇਸ਼ ਵਿਦੇਸ਼ ਦੀ ਗੱਲ ਕਰੋ, ਤੁਸੀਂ ਇੰਡੀਆ ਦੀ ਗੱਲ ਕਰੋ, ਬਾਹਰ ਦੀ ਗੱਲ ਕਰੋ, ਕਿਤੇ ਵੀ ਲੋੜ ਪੈਂਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਆਪਣਾ ਬਣਦਾ ਰੋਲ ਸੀ, ਮੂਹਰੀ ਰੋਲ ਸੀ, ਅਦਾ ਕੀਤਾ, ਅਦਾ ਕਰਦੀ ਰਹੇਗੀ ਜੀ। ਮੇਰੇ ਲਈ ਇਹ ਬੜੀ ਭਾਗਾਂ ਵਾਲੀ ਗੱਲ ਹੈ ਕਿ ਮੈਨੂੰ ਦੂਸਰੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬਣਨ ਦਾ ਜਿਹੜਾ ਹਲਕਾ ਭਦੌੜ ਦੇ ਲੋਕਾਂ ਨੇ ਸੁਭਾਗ ਆ ਜਿਹੜਾ ਮੈਨੂੰ ਉਹ ਮਾਣ ਪ੍ਰਾਪਤ ਹੋਇਆ। ਇੱਕ ਸਧਾਰਨ ਘਰ ਦੇ ਵਿੱਚੋਂ ਅਸੀਂ ਪੈਦਾ ਹੋਏ ਤੇ ਸਾਨੂੰ ਮੈਂ ਤੇ ਬੜਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦਾ ਥੈਂਕ ਯੂ ਕਰਦਾ ਕਿ ਤੁਸੀਂ ਸਾਡੇ 'ਤੇ ਕਿਰਪਾ ਕੀਤੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣਾਇਆ। ਜਿੱਥੇ ਤੱਕ ਤੁਸੀਂ ਸਾਡੇ ਅੱਜ ਬਕਾਰ ਦਾਅ 'ਤੇ ਲੱਗੇ ਦੀ ਗੱਲ ਕਰਦੇ ਹੋ, ਦੇਖੋ ਕਿਤੇ ਵੀ ਕੋਈ ਪ੍ਰਬੰਧ ਹੁੰਦਾ ਹੈ ਉਹਦੇ ਵਿੱਚ ਕਮੀਆਂ ਪੇਸ਼ੀਆਂ ਸੁੱਤੇ ਸਿੱਧਾ ਜਿੱਥੇ ਮਨੁੱਖ ਆ ਉੱਥੇ ਕਮੀਆਂ ਪੇਸ਼ੀਆਂ ਆ ਜਾਂਦੀਆਂ ਨੇ। ਸਾਨੂੰ ਇਸ ਗੱਲ ਦਾ ਬੜਾ ਸਾਰਾ ਦੁੱਖ ਹੈ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਉਹ ਜਿਹੜੀ ਸੀ ਇਸ ਤਰ੍ਹਾਂ ਉਹਨਾਂ ਦਾ ਅਗਨ ਭੇਟ ਹੋ ਜਾਣਾ, ਫਿਰ ਉਹਨਾਂ ਦੀ ਜਿਹੜੀ ਗਿਣਤੀ ਹੈ ਉਹ ਠੀਕ ਢੰਗ ਨਾ ਹੋਣਾ। ਮੈਂ ਇਸ ਗੱਲ ਦੀ ਮਾਨਯੋਗ ਸਿੰਘ ਸਾਹਿਬ ਨੂੰ ਜ਼ਰੂਰ ਉਹਨਾਂ ਦੀ ਤਾਰੀਫ ਕਰਦਾ, ਗਿਆਨੀ ਹਰਪ੍ਰੀਤ ਸਿੰਘ ਸਾਹਿਬ ਜਿਹੜੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ, ਕਿ ਉਹਨਾਂ ਨੇ ਬੜੇ ਹੀ ਤਹੱਮਲ ਦੇ ਨਾਲ,
ਬੜੇ ਹੀ ਸਿਆਣਪ ਦੇ ਨਾਲ ਇਹ ਮਾਮਲੇ ਨੂੰ ਨਜਿੱਠਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਵੱਲੋਂ ਜੋ ਕਮੇਟੀ ਬਣਾਈ ਗਈ ਸੀ ਉਹਨਾਂ ਦੀ ਰਿਪੋਰਟ ਜਿਹੜੀ ਕਿ 1000 ਸਫ਼ੇ ਦੀ ਕਹੀ ਜਾ ਰਹੀ ਹੈ, ਉਹਦੇ ਮੁਤਾਬਕ ਉਹਨਾਂ ਨੇ ਆਪਣਾ ਫੈਸਲਾ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 70 ਘੰਟਿਆਂ ਦੀ ਜਿਹੜੀ ਸੀ ਨੋਟਿਸ ਦੇ ਉੱਤੇ ਐਗਜ਼ੈਕਟਿਵ ਦੀ ਮੀਟਿੰਗ ਬੁਲਾ ਕੇ ਉਹਨਾਂ ਲੋਕਾਂ ਨੂੰ ਜਿਹੜੇ ਸੀ ਇਹਦੇ ਵਿੱਚ ਦੋਸ਼ੀ ਪਾਈ ਗਏ, ਉਹਨਾਂ ਨੂੰ ਕੋਸ਼ਿਸ਼ ਕੀਤੀ ਹੈ ਵੀ ਉਹਨਾਂ ਨੂੰ ਬਣਦੀ ਹੈ ਜਿਹੜੀ ਸਜ਼ਾ ਦਿੱਤੀ ਜਾਵੇ। ਸਸਪੈਂਡ ਕੀਤੇ ਗਏ, ਬਹੁਤ ਤੋਂ ਉਹਨਾਂ ਤੋਂ ਜਿਹੜੇ ਹੈ ਵਾਪਸ ਫੰਡ ਲੈਣ ਦੀ ਗੱਲ ਵੀ ਕੀਤੀ ਗਈ ਹੈ। ਪਰ ਇਹਦੇ 'ਚ ਅਫਸੋਸਨਾਕ ਇੱਕ ਪਹਿਲੂ ਇਹ ਵੀ ਅੱਜ ਜੁੜ ਗਿਆ ਕਿ ਉਸ ਵੇਲੇ ਦੇ ਜਿਹੜੇ ਸਾਡੇ ਮੁੱਖ ਸਕੱਤਰ ਸਨ ਸਰਦਾਰ ਹਰਚਰਨ ਸਿੰਘ ਜੀ, ਉਹ ਵੀ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਮੈਨੂੰ ਇਸ ਗੱਲ ਦਾ ਬੜਾ ਅਫਸੋਸ ਵੀ ਹੈ। ਮੈਂ ਸਮਝਦਾ ਵੀ ਉਹ ਬੰਦੇ ਨੇ ਇਸ ਗੱਲ ਨੂੰ ਜ਼ਿੰਮੇਵਾਰੀ ਮਹਿਸੂਸ ਜ਼ਰੂਰ ਕੀਤੀ ਹੋਵੇਗੀ, ਉਹਦੇ ਮਨ ਦੇ ਵਿੱਚ ਜ਼ਰੂਰ ਆਈ ਹੋਵੇਗੀ ਕਿ ਮੇਰੇ ਪੀੜ ਦੇ ਦੌਰਾਨ ਜਿਹੜੀ ਹੈ ਇਹ ਗੁਰੂ ਗ੍ਰੰਥ ਸਾਹਿਬ ਵਾਲੀ ਘਟਨਾ ਵਾਪਰੀ ਹੈ। ਸਾਡੀ ਜ਼ਿੰਮੇਵਾਰੀ, ਇਹਨਾਂ ਲੋਕਾਂ ਦੀ ਜ਼ਿੰਮੇਵਾਰੀ ਵੀ ਬਣਦੀ ਸੀ। ਇਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸੇ ਵਾਸਤੇ ਹੀ ਤਾਇਨਾਤ ਕਰਦੀ ਹੈ, ਇਹਨਾਂ ਦੀਆਂ ਜਿਹੜੀਆਂ ਪੋਸਟਾਂ ਦੇ ਉੱਤੇ ਇਹਨਾਂ ਦੀਆਂ ਵੱਡੀਆਂ 'ਤੇ ਬਿਠਾਇਆ ਜਾਂਦਾ ਵੀ ਇਹ ਨਿਗਾਹ ਰੱਖਦੇ। ਉੱਥੇ ਸਾਡੀ ਜਿਹੜੀ ਸੀ ਜ਼ਰੂਰ ਉਸ ਸਮੇਂ ਦੀ ਕਮੀ ਆਈ ਹੈ। ਪਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਮਾਨਯੋਗ ਸਿੰਘ ਸਾਹਿਬ ਨੇ ਜਿਹੜੇ ਇਸ ਗੱਲ ਨੂੰ ਨਜਿੱਠਿਆ ਹੈ, ਉਹਦੀ ਮੈਂ ਇਸ ਗੱਲ ਦੀ ਸੰਧੂ ਸਾਹਿਬ ਦਾਦ ਦਿੰਦਾ ਹੈ। ਨਜਿੱਠਿਆ, ਬਿਲਕੁਲ ਤੁਹਾਡੀ ਗੱਲ ਆ ਵੀ ਨਜਿੱਠਿਆ, ਪਰ ਅਜੇ ਤੱਕ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਉਹਨਾਂ ਦੀ ਤਾਂ ਕਿਤੋਂ ਕੋਈ ਬਰਾਮਦਗੀ ਨਹੀਂ ਹੋਈ। ਕਿੱਥੇ ਨੇ ਉਹ, ਉਹਦੇ ਬਾਰੇ ਤਾਂ ਕੋਈ ਪਤਾ ਨਹੀਂ ਹੈ। ਉਹ ਰਿਪੋਰਟ ਵੀ ਚੁੱਪ ਹੈ, ਤੇ ਉਹ ਰਿਪੋਰਟ ਤੁਸੀਂ 1000 ਸਫ਼ੇ ਦੀ ਕਹਿੰਦੇ ਹੋ, ਤੇ ਕੀ ਉਹ 1000 ਸਫ਼ੇ ਦੀ ਜਿਹੜੀ ਰਿਪੋਰਟ ਆ ਉਹ ਸਾਰੀ ਤੁਸੀਂ ਪੜ੍ਹ ਲਈ ਹੈ ਜਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਦੇ ਦਿੱਤੀ ਗਈ ਆ? ਉਹ ਦੇਖੋ ਅਜੇ ਤੱਕ ਸਾਨੂੰ ਨਹੀਂ ਦਿੱਤੀ। ਅੱਜ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਹੈ ਅੱਜ ਐਗਜ਼ੈਕਟਿਵ ਦੀ ਇਸ ਵੇਲੇ ਵੀ ਮੀਟਿੰਗ ਚੱਲ ਰਹੀ ਹੈ ਸ੍ਰੀ ਅੰਮ੍ਰਿਤਸਰ ਦੇ ਵਿੱਚ। ਉਸ ਤੋਂ ਬਾਅਦ ਐਗਜ਼ੈਕਟਿਵ ਦਾ ਇਹ ਫੈਸਲਾ ਹੋਵੇਗਾ ਕਿ ਉਹ ਨਸ਼ਰ ਕਰਨੀ ਹੈ ਜਾਂ ਨਹੀਂ ਕਰਨੀ। ਤੇ ਇਹ ਵੀ ਮੈਂ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਸਰੂਪ ਕਿੱਥੇ ਗਏ, ਕਿਵੇਂ ਗਏ, ਕੌਣ ਲੈ ਕੇ ਗਿਆ, ਕਿਹਨੂੰ ਦਿੱਤੇ ਗਏ, ਉਹ ਜ਼ਰੂਰ ਸਾਡੀ ਐਗਜ਼ੈਕਟਿਵ ਆ ਉਹ ਜ਼ਰੂਰ ਨਸ਼ਰ ਕਰੇਗੀ। ਮਾਨਯੋਗ ਪ੍ਰਧਾਨ ਸਾਹਿਬ ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ ਸਾਹਿਬ ਜਿਹੜੇ ਕਿ ਬੜੇ ਨਿਮਰਤਾ ਕਰਕੇ ਜਾਣੇ ਜਾਂਦੇ ਨੇ, ਉਹ ਜ਼ਰੂਰ ਮੈਂ ਸਮਝਦਾ ਕਿ ਇਹ ਉਸ ਗੱਲ ਨੂੰ ਜ਼ਰੂਰ ਨਸਰ ਕਰਨਗੇ, ਕਿਉਂਕਿ ਜਦੋਂ ਵੀ ਜਿਹੜੇ ਅਧਿਕਾਰੀ ਨੇ ਜਿਨ੍ਹਾਂ ਦੀ ਇਸ ਜ਼ਿੰਮੇਵਾਰੀ ਆਇਦ ਕੀਤੀ ਗਈ ਆ ਉਹ ਜ਼ਰੂਰ ਦੱਸਣਗੇ। ਜਦੋਂ ਵੀ ਉਹਨਾਂ ਨੂੰ ਕਦੇ ਕੋਈ ਉਹਨਾਂ ਦੀ ਇੰਟਰੋਗੇਸ਼ਨ ਜਾਂ ਕਿਸੇ ਵੀ ਢੰਗ ਨਾਲ ਉਹਨਾਂ ਦੀ ਇਨਕੁਆਇਰੀ ਹੋਊ, ਜ਼ਰੂਰ ਦੱਸਣਗੇ ਵੀ ਸਰੂਪ ਕਿੱਥੇ ਗਏ, ਔਰ ਪਤਾ ਵੀ ਲੱਗਣਾ ਚਾਹੀਦਾ ਹੈ। ਕਮਾਲ ਦੀ ਗੱਲ ਤਾਂ ਇਹ ਹੈ ਨਾ ਜਥੇਦਾਰ ਜੀ, ਵੀ ਮਤਲਬ ਉਹ ਰਿਪੋਰਟ ਆਉਂਦੀ ਹੈ 1000 ਸਫ਼ੇ ਦੀ ਰਿਪੋਰਟ ਹੈ, ਉਹਦੇ 10 ਸਫ਼ਿਆਂ ਦੀ ਗੱਲ ਹੁੰਦੀ ਹੈਗੀ। ਉਹ ਰਿਪੋਰਟ ਆਉਣ ਸਾਰੀ ਜਿਹੜਾ ਉਹ ਜਥੇਦਾਰ ਸਾਹਿਬ ਬੰਦ ਲਿਫਾਫਾ ਜਿਹੜਾ ਉਹ ਅੰਤਰਿਮ ਕਮੇਟੀ ਨੂੰ ਦੇ ਦਿੰਦੇ ਆ, ਤੇ ਅੰਤਰਿਮ ਕਮੇਟੀ ਕੁਝ ਸਮੇਂ ਦੇ ਵਿੱਚ ਹੀ ਮਤਲਬ ਉਹ 1000 ਸਫ਼ੇ ਦੀ ਰਿਪੋਰਟ ਘੋਖੀ ਪੜਤਾਲੀ ਗਈ ਜਾਂ ਕਿਵੇਂ ਉਹ ਕੁਝ ਮਿੰਟਾਂ ਦੇ ਵਿੱਚ ਹੀ ਲਾ ਲਓ ਹੋਇਆ, ਜਿਹੜਾ ਵੀ ਉਹ ਦੋਸ਼ੀ ਕਰਾਰ ਦੇ ਦਿੱਤੇ ਗਏ ਆ ਕੁਝ ਬੰਦੇ ਆ ਜਿਹੜੇ। ਨਹੀਂ ਜੀ, ਕੀ ਐਡੀ ਜਲਦੀ ਮਤਲਬ ਉਹ ਰਿਪੋਰਟ ਦਾ ਐਡੀ ਜਲਦੀ ਚਿੰਤਨ ਮੰਥਨ ਕਰ ਲਿਆ ਗਿਆ ਸਾਰੀ ਦਾ? ਦੇਖੋ ਉਹਦੇ 'ਚ ਇਹ ਗੱਲ ਹੁੰਦੀ ਹੈ ਵੀ ਕਦੇ ਵੀ ਕਿਸੇ ਗੱਲ ਦੇ ਜਿਹੜੇ ਫੈਸਲੇ ਕੀਤੇ ਜਾਂਦੇ ਨੇ, ਕੇਸ ਦੀ ਸਮਰੀ ਆ ਉਹ ਬਹੁਤ ਜ਼ਿਆਦਾ ਲੰਬੀ ਹੁੰਦੀ ਹੈ। ਜਿਹੜਾ ਉਹਦਾ ਰਿਜ਼ਲਟ ਹੈ ਉਹ ਤਾਂ ਜਾ ਕੇ ਸੰਧੂ ਸਾਹਿਬ 1 ਜਾਂ 2 ਪੇਜਾਂ ਦੇ ਉੱਤੇ ਹੀ ਲਿਖਿਆ ਹੁੰਦਾ ਵੀ ਇਹਦੇ 'ਚ ਇਹ ਲੋਕ ਦੋਸ਼ੀ ਪਾਏ ਗਏ ਨੇ, ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ। ਸਾਰੀ ਰਿਪੋਰਟ ਤਾਂ ਉਸ ਸਮੇਂ ਦੇ ਵਿੱਚ ਅੰਤਰਿਮ ਕਮੇਟੀ ਦੇ ਵਿੱਚ ਪੇਸ਼ ਹੋਈ 2-3-4 ਘੰਟੇ ਦੇ ਵਿੱਚ, ਉਹਦੇ 'ਚ ਕੋਈ ਵੀ ਗੱਲ ਮੈਂ ਵੀ ਤੁਹਾਡੇ ਨਾਲ ਐਗਰੀ ਕਰਦਾ ਵੀ ਉਹ ਨਹੀਂ ਹੋ ਸਕਦਾ, ਪਰੰਤੂ ਸਮਰੀ ਲਿਖੀ ਜਾਂਦੀ ਉਹ ਬਹੁਤ ਲੰਬੀ ਹੈ। ਅਖੀਰ ਜਿਹੜਾ ਰਿਜ਼ਲਟ ਹੈ ਉਹ ਤਾਂ 1-2 ਪੇਜਾਂ ਦੇ ਉੱਤੇ ਹੁੰਦਾ। ਉਹਦੇ ਰਿਜ਼ਲਟ ਦੇ ਮੁਤਾਬਕ ਉਹਨਾਂ ਨੇ ਅੰਤਰਿਮ ਕਮੇਟੀ ਨੇ ਉਹਦੇ ਤੇ ਕਾਰਵਾਈ ਕੀਤੀ ਹੈ ਜੀ। ਨਹੀਂ ਉਹ ਕਾਰਵਾਈ ਹੈ ਜਿਹੜੀ ਉਹਨੂੰ ਕੀ ਮੰਨਦੇ ਹੋ ਤੁਸੀਂ? ਜਿਹੜੇ ਮਤਲਬ ਤੀਸਰੇ ਦਰਜੇ ਦੇ ਚੌਥੇ ਦਰਜੇ ਵਾਲੇ ਜਿਹੜੇ ਕਲਰਕ ਨੇ, ਸੇਵਾਦਾਰ ਹੈ, ਉਹਨਾਂ ਨੂੰ ਤਾਂ ਤੁਸੀਂ ਬਰਤਰਫ ਕਰ ਦਿੱਤਾ ਜਾਂਦਾ ਹੈਗਾ, ਤੇ ਜਿਹੜੇ ਮਤਲਬ ਹੈਗੇ ਨੇ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਜਾਂਦਾ, ਰੂਪ ਸਿੰਘ ਵਰਗਿਆਂ ਨੂੰ, ਜਾਂ ਜ਼ਿਆਦਾਤਰ ਆ ਜਿਹੜੇ ਦੂਸਰੀ ਕਲਾਸ ਵਾਲੇ ਜਾਂ ਉੱਚ ਅਧਿਕਾਰੀ ਨੇਗੇ ਉਹਨਾਂ ਨੂੰ ਮਤਲਬ ਕਰ ਦਿੱਤਾ ਗਿਆ ਗਾ, ਮਤਲਬ ਮੁਅੱਤਲ ਕਰ ਦਿੱਤਾ ਗਿਆ। ਜਿਹੜਾ ਮੁਅੱਤਲ ਹੋਊਗਾ ਉਹ ਤਾਂ ਬਹਾਲ ਵੀ ਹੋਊਗਾ, ਪਰ ਜਿਹੜਾ ਬਰਤਰਫ ਹੋ ਗਿਆ ਵਿਚਾਰਾ, ਉਹ ਬਰਤਰਫ ਕੌਣ ਹੋਇਆ? ਉਹ ਵਿਚਾਰਾ ਜਾਂ ਕਲਰਕ ਨੇਗੇ ਤੇ ਜਾਂ ਸੇਵਾਦਾਰ ਨੇਗੇ। ਦੇਖੋ ਇੱਕ ਇਹ ਵੀ ਗੱਲ ਜ਼ਰੂਰ ਆ ਨਾ ਜੀ ਵੀ ਜਿਹੜੇ ਬਰਤਰਫ ਕੀਤੇ ਗਏ ਨੇ, ਜਿਹੜੇ ਸੇਵਾਦਾਰ ਨੇ, ਕਲਰਕ ਨੇ, ਉਹਨਾਂ ਦੀ ਜ਼ਿੰਮੇਵਾਰੀ ਮੈਂ ਸਮਝਦਾ ਵੀ ਸੈਕਟਰੀ ਆਲ ਓਵਰ ਜ਼ਿੰਮੇਵਾਰ ਹੁੰਦਾ ਸਾਰੇ ਪ੍ਰਬੰਧ ਦਾ, ਪਰੰਤੂ ਜਿਹੜਾ ਉਸ ਸੀਟ ਦੇ ਉੱਤੇ ਬੈਠਾ ਕੰਮ ਕਰ ਰਿਹਾ ਸੀ ਉਹਦੀ ਜ਼ਿੰਮੇਵਾਰੀ ਵੀ ਬਹੁਤ ਜ਼ਿਆਦਾ ਵੱਡੀ ਸੀ। ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਸੀਟ ਦੇ ਉੱਤੇ ਬਿਠਾਉਂਦੀ ਹੈ ਉਹਦੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਨਾਲੋਂ ਵੀ ਜ਼ਿਆਦਾ। ਅਗਰ ਇਹਦੀ ਇਨਕੁਆਇਰੀ ਚੱਲਦੀ ਹੈ, ਅਗਰ ਅੱਜ ਵੀ ਕੋਈ ਦੋਸ਼ੀ ਪਾਇਆ ਗਿਆ ਤਾਂ ਉਹਦੇ ਉੱਤੇ ਸਖਤ ਕਾਰਵਾਈ ਹੁਣ ਵੀ ਹੋਵੇਗੀ। ਇਹ ਅਜੇ ਰੱਖਿਆ ਗਾ, ਇਹਦੇ ਵਿੱਚ ਇਹ ਕੋਈ ਇਹ ਨਹੀਂ ਹੈ ਵੀ ਇਹ ਕੋਈ ਫਾਈਨਲ ਨਹੀਂ ਹੈ, ਉਹਦੇ ਤੇ ਅੱਜ ਇਸੇ ਕਰਕੇ ਐਗਜ਼ੈਕਟਿਵ ਹੋ ਰਹੀ ਹੈ ਜੀ। ਹਾਂ, ਤਾਂ ਜੋ ਵੀ ਸਜ਼ਾ ਦਾ ਭਾਗੀਦਾਰ ਹੋਏਗਾ ਉਹਨੂੰ ਸਜ਼ਾ ਦਿੱਤੀ ਜਾਏਗੀ, ਬਿਲਕੁਲ ਦੇਣੀ ਚਾਹੀਦੀ ਹੈ। ਮੈਂ ਤੇ ਬੇਨਤੀ ਵੀ ਕਰੂੰਗਾ ਸਾਡੀ ਐਗਜ਼ੈਕਟਿਵ ਨੂੰ ਵੀ ਕਰੂੰਗਾ ਵੀ ਇਹਨੂੰ ਜੋ ਵੀ ਹੈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ, ਇਹ ਸਾਨੂੰ ਕਰਕੇ ਕੌਮ ਦੇ ਅੱਗੇ ਰੱਖਣਾ ਚਾਹੀਦਾ। ਇਹਦੇ ਵਿੱਚ ਹੁਣ ਇੱਕ ਜਿਸ ਤਰ੍ਹਾਂ ਤੁਸੀਂ ਆਪ ਹੀ ਜ਼ਿਕਰ ਕੀਤਾ ਸੀਗਾ ਵੀ ਕੁਛ ਜਿਹੜੇ ਕੋਹਲੀ ਕੰਪਨੀ ਨੂੰ ਕੁਛ ਪੈਸੇ ਦਿੱਤੇ ਗਏ ਜਿਹੜਾ ਆਨਲਾਈਨ ਕਰਨ ਦੇ ਵਾਸਤੇ, ਜਿਹੜੀ ਗੱਲ ਹੈ ਉਹ ਤਕਰੀਬਨ ਹੁਣ ਜਦੋਂ ਬਾਹਰ ਆਉਂਦੀ ਹੈ 10 ਕਰੋੜ ਦਾ ਹਿਸਾਬ ਕਿਤਾਬ ਬਣਦਾ ਗਾ। ਉਹਦੇ 'ਚੋਂ ਕਿਹਾ ਵੀ ਉਹਨਾਂ ਤੋਂ 75% ਵਾਪਸ ਲੈ ਲਾਂਗੇ। ਉਹਨਾਂ ਨੂੰ
ਸਾਲ ਦਿੱਤਾ, ਫਿਰ 2 ਸਾਲ ਦਿੱਤੇ, ਫਿਰ 5 ਸਾਲ ਦਿੱਤੇ। ਜਿਹੜੇ ਤੁਸੀਂ ਸਾਰੇ ਸ਼੍ਰੋਮਣੀ ਕਮੇਟੀ ਮੈਂਬਰ ਹੋ, ਕਦੇ ਇਸ ਬਾਰੇ ਕਦੇ ਕਿਸੇ ਮੀਟਿੰਗ ਦੇ ਵਿੱਚ ਜ਼ਿਕਰ ਨਹੀਂ ਹੋਇਆ, ਜਾਂ ਤੁਹਾਡਾ ਮਤਲਬ ਸਿਰਫ ਉੱਥੇ ਕਮਰੇ ਲੈਣ ਤੱਕ ਹੀ ਸੀਮਤ ਰਹਿ ਗਈ ਹੈ ਗੱਲ, ਵੀ ਤੁਹਾਡਾ ਕੋਈ ਪਾਰਟਿਸਿਪੇਟ ਹੈ ਹੀ ਨਹੀਂਗਾ ਉੱਥੇ? ਦੇਖੋ ਜੀ, ਪਾਰਟਿਸਿਪੇਟ ਦੀ ਗੱਲ ਜਿੱਥੇ ਤੱਕ ਇਹ ਆ ਵੀ ਇਹ ਐਗਜ਼ੈਕਟਿਵ ਦੇ ਅਧਿਕਾਰ ਖੇਤਰ ਦੀਆਂ ਗੱਲਾਂ ਹੁੰਦੀਆਂ ਨੇ। ਜਦੋਂ ਵੀ ਸਾਲ ਦੇ ਬਾਅਦ ਇਹ ਚੋਣ ਹੁੰਦੀ ਆ, ਉਹਦੇ 'ਚ ਇਹ ਜਿਹੜੇ 11 ਅੰਤਰਿੰਗ ਕਮੇਟੀ ਦੇ ਮੈਂਬਰ ਚੁਣੇ ਜਾਂਦੇ ਨੇ, 15 ਦੇ ਤਕਰੀਬਨ ਇਹਨਾਂ ਦੀ ਗਿਣਤੀ ਬਣਦੀ ਆ, ਉਹਨਾਂ ਦੀ ਸਾਰਿਆਂ ਦੀ ਚੋਣ ਹੁੰਦੀ ਆ। ਉਹ ਜਿਹੜੀ ਐਗਜ਼ੈਕਟਿਵ ਦੀ ਚੋਣ ਹੁੰਦੀ ਆ, ਉਹਦੀ ਸਾਰੀ ਹੀ ਜ਼ਿੰਮੇਵਾਰੀ ਬਣਦੀ ਆ, ਉਹ ਹੀ ਸਾਰੇ ਫੈਸਲੇ ਲਾਗੂ ਕਰਦੀ ਆ। ਅਗਰ ਚਾਹੇ ਐਗਜ਼ੈਕਟਿਵ ਚਾਹੇ ਤਾਂ ਕਿਸੇ ਵੀ ਵੱਖਰੇ ਮੈਂਬਰ ਸਾਹਿਬਾਨ ਨੂੰ ਬਣਾ ਕੇ ਕਮੇਟੀ ਬਣਾ ਕੇ ਉਹਨਾਂ ਤੋਂ ਇਨਕੁਆਰੀਆਂ ਵੀ ਕਰਵਾਈਆਂ ਜਾਂਦੀਆਂ ਨੇ ਜੀ। ਹਾਂ, ਉਹਦੇ ਵਿੱਚੋਂ ਜੋ ਵੀ ਉਹਨਾਂ ਦੀ ਜਦੋਂ ਵੀ ਕੋਈ ਜਨਰਲ ਇਜਲਾਸ ਹੁੰਦਾ ਹੈ, ਉੱਥੇ ਜਿਹੜੇ ਆਮ ਸ਼੍ਰੋਮਣੀ ਕਮੇਟੀ ਮੈਂਬਰ ਨੇਗੇ, ਜਿਹੜੇ ਮਤਲਬ ਵਿਚਾਰੇ ਉਹ ਨਹੀਂ ਐਗਜ਼ੈਕਟਿਵ ਚਾਹੁੰਦੇ, ਕਿਉਂਕਿ ਐਗਜ਼ੈਕਟਿਵ ਸਾਨੂੰ ਵੀ ਪਤਾ ਹੈ, ਤੁਹਾਨੂੰ ਵੀ ਪਤਾ ਇਸ ਗੱਲ ਤੋਂ, ਚਾਹੇ ਤੁਸੀਂ ਮੁਨਕਰ ਹੋ ਜਾਓ ਵੀ ਉਹ ਕਿੱਥੋਂ ਬਣਦੇ ਨੇ ਤੇ ਜਿੱਥੋਂ ਉਹਨਾਂ ਦੇ ਉੱਤੇ ਕਿੱਧਰੋਂ ਹੱਥ ਹੁੰਦਾ ਜਾਂ ਕਿਸ ਤਰ੍ਹਾਂ ਦੀਆਂ ਸਿਫਾਰਸ਼ਾਂ ਲੈ ਕੇ ਉਹ ਅੱਗੇ ਆਉਂਦੇ ਨੇਗੇ। ਬੰਦੇ ਜ਼ਰੂਰ ਬਦਲ ਦਿੱਤੇ ਜਾਂਦੇ ਆ, ਜਦੋਂ ਜਨਰਲ ਇਜਲਾਸ ਹੁੰਦਾ ਗਾ ਜ਼ਿਆਦਾ ਇਹੀ ਹੁੰਦਾ ਵੀ ਪ੍ਰਧਾਨ ਬਦਲਿਆ ਜਾਂਦਾ ਜਾਂ ਮਤਲਬ ਐਗਜ਼ੈਕਟਿਵ ਬਦਲੀ ਜਾਂਦੀ ਹੈਗੀ। ਪਰ ਉਹਦਾ ਜਿਹੜਾ ਚਿੰਤਨ ਮੰਥਨ ਹੈ, ਜਿਹੜੇ ਆਮ ਗਰਾਊਂਡ ਲੈਵਲ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਹੈ, ਉਹਨਾਂ ਦਾ ਕਿੰਨੀ ਕੁ ਪਾਰਟਿਸਿਪੇਟ ਆ, ਉਹਨਾਂ ਦੀ ਕਿੰਨੀ ਕੁ ਪੁੱਛ-ਦੱਸ ਹੁੰਦੀ ਆ ਉਹਦੇ ਵਿੱਚ, ਪ੍ਰਬੰਧਾਂ ਦੇ ਵਿੱਚ? ਕਿਉਂਕਿ ਤੁਸੀਂ ਤੁਸੀਂ ਵੀ ਪ੍ਰਬੰਧ ਲਈ ਜਾਂਦੇ ਹੋ ਨਾ। ਦੇਖੋ ਜੀ, ਮੈਨੂੰ 12 ਸਾਲ ਹੋ ਗਏ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੇਰੀ ਸੈਕੰਡ ਟਰਮ ਹੈ। ਮੈਂ ਵੀ ਇੱਕ ਜਿਵੇਂ ਆਮ ਤੁਸੀਂ ਸਧਾਰਨ ਮੈਂਬਰਾਂ ਵਾਲੀ ਗੱਲ ਕੀਤੀ ਆ, ਮੇਰੀ ਵੀ ਕਦੇ ਚੋਣ ਨਹੀਂ ਹੋਈ, ਪਰੰਤੂ ਜਿੱਥੇ ਤੱਕ ਪ੍ਰਬੰਧ ਦੇ ਵਿੱਚ ਸਮੂਲੀਅਤ ਦਾ ਹੈ ਸੰਬੰਧ, ਉਹਦੇ ਵਿੱਚ ਮੈਂ ਸਮਝਦਾ ਵੀ ਮੈਂ ਜਿੱਥੇ ਮੇਰੀ ਲੋੜ ਹੁੰਦੀ ਆ, ਜਿੱਥੇ ਮੈਂ ਮਹਿਸੂਸ ਕਰਦਾ ਵੀ ਇੱਥੇ ਪ੍ਰਬੰਧ ਦੀ ਗੱਲ ਕਰਨੀ ਚਾਹੀਦੀ ਆ, ਮੈਂ ਉਹ ਪੂਰੀ ਪ੍ਰਬੰਧ ਦੇ ਵਿੱਚ ਦਖਲਅੰਦਾਜ਼ੀ ਵੀ ਕਰਦਾ ਤੇ ਮੈਂ ਜਿੱਥੇ ਲੋੜ ਪੈਂਦੀ ਆ ਉੱਥੇ ਪੁੱਛਦਾ ਵੀ ਆ। ਮੈਂ ਤੇ ਕਦੇ ਮੈਨੂੰ ਤਾਂ ਐਸਾ ਨਹੀਂ ਹੋਇਆ। ਦੂਸਰੀ ਗੱਲ ਜਿਹੜੀ ਇੱਕਦਮ ਮੈਂ ਗੱਲ ਇਹ ਤੁਹਾਨੂੰ ਸੰਧੂ ਸਾਹਿਬ ਇੱਕ ਹੋਰ ਵੀ ਸਾਫ਼ ਕਰਨੀ ਚਾਹੁੰਦਾ ਕਿ ਜਿਹੜੀ ਸਾਡੀ ਚੋਣ ਹੈ, ਸਾਡੀ ਚੋਣ ਸਾਨੂੰ ਟਰੈਕਟਰ ਚੋਣ ਨਿਸ਼ਾਨ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਿੰਦਾ ਹੈ ਜੀ। ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਟਰੈਕਟਰ ਦੇ ਉੱਤੇ ਜਿਹੜੇ ਹੈ ਇਲੈਕਸ਼ਨ ਲੜ ਕੇ ਮੈਂਬਰ ਚੁਣੇ ਜਾਂਦੇ ਆ ਜੀ। ਹਰ ਵਾਰ ਹੁੰਦਾ, ਪਹਿਲੇ ਮਾਨਯੋਗ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਸਨ ਜਦੋਂ ਸਾਡੇ ਪ੍ਰਧਾਨ ਅਕਾਲੀ ਦਲ ਦੇ, ਜਦ ਤੋਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਬਣੇ ਨੇ, ਸਾਨੂੰ ਕੱਲੇ ਮੈਂਬਰਾਂ ਨੂੰ ਬੁਲਾ ਕੇ ਸਭ ਪੁੱਛਿਆ ਜਾਂਦਾ ਵੀ ਤੁਸੀਂ ਕੀ ਚਾਹੁੰਦੇ ਹੋ, ਕੌਣ ਪ੍ਰਧਾਨ ਬਣਨਾ ਚਾਹੀਦਾ, ਕੌਣ ਡਿਪਟੀ ਪ੍ਰਧਾਨ ਚਾਹੀਦਾ, ਕੌਣ ਜਿਹੜਾ ਜੂਨੀਅਰ ਪ੍ਰਧਾਨ ਚਾਹੀਦਾ, ਕਿਹਨੂੰ ਤੁਸੀਂ ਚਾਹੁੰਦੇ ਹੋ, ਸਾਥੋਂ ਬਿਲਕੁਲ ਪੁੱਛਿਆ ਜਾਂਦਾ। ਐਸਾ ਕਦੀ ਵੀ ਨਹੀਂ ਹੋਇਆ ਵੀ ਸਾਥੋਂ ਨਾ ਪੁੱਛਿਆ ਜਾਵੇ। ਮੈਂ ਇੱਕ ਗੱਲ ਹੋਰ ਵੀ ਬੇਨਤੀ ਕਰਨੀ ਚਾਹੁੰਦਾ, ਜਦੋਂ ਸਾਨੂੰ ਸ਼੍ਰੋਮਣੀ ਅਕਾਲੀ ਦਲ ਹੀਦੀ ਇਲੈਕਸ਼ਨ ਜਾਂ ਸਾਨੂੰ ਦੇਖੋ ਸੰਧੂ ਸਾਹਿਬ, ਅਸੀਂ ਟਰੈਕਟਰ ਚੋਣ ਨਿਸ਼ਾਨ ਸ਼੍ਰੋਮਣੀ ਅਕਾਲੀ ਦਲ ਦਾ, ਜਦੋਂ ਸਾਨੂੰ ਉਹਦਾ ਪ੍ਰਧਾਨ ਇਹ ਜਿਹੜਾ ਨਿਸ਼ਾਨ ਅਲਾਟ ਕਰਦਾ ਹੈ, ਫਿਰ ਅਸੀਂ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਇਖਤਿਆਰ ਆ ਨਾ ਵੀ ਉਹ ਸਾਡੇ ਨਾਲ ਗੱਲਬਾਤ ਕਰਕੇ ਸਾਡੀਆਂ ਰਾਇਆਂ ਲੈ ਕੇ ਸਾਡੇ ਪ੍ਰਧਾਨ ਨੂੰ ਬਣਾਵੇ। ਅਗਰ ਸਾਡੇ ਉੱਤੇ ਕੁੰਡਾ ਨਾ ਹੋਵੇ ਤੇ ਮੈਂ ਤੇ ਹਰੇਕ ਵਾਰੀ ਚਾਹੂੰਗਾ, ਮੈਂ ਤੇ 12 ਸਾਲ ਤੋਂ ਚਾਹੁੰਦਾ ਸੀ ਵੀ ਪ੍ਰਧਾਨ ਮੈਨੂੰ ਬਣਾ ਦਿੱਤਾ ਜਾਵੇ। ਇਸ ਤਰ੍ਹਾਂ ਨਹੀਂ ਨਾ ਚੱਲ ਸਕਦੀ। ਇੱਕ ਜਾਬਤਾ ਹੈ ਔਰ ਜਾਬਤਾ ਹੋਣਾ ਜ਼ਰੂਰੀ ਹੈ। ਜਿਸ ਪਾਰਟੀ ਦੇ ਵਿੱਚ ਜਾਬਤਾ ਨਹੀਂ ਹੋਵੇਗਾ ਉਹ ਪਾਰਟੀਆਂ ਫੇਲ ਹੋ ਜਾਂਦੀਆਂ ਨੇ। ਇਹਦੀ ਤੁਹਾਡੇ ਕੋਲ ਐਗਜ਼ਾਮਪਲ ਆ ਵੀ ਪੰਜਾਬ ਦੇ ਵਿੱਚ ਆਪ ਦਾ ਫੇਲ ਹੋਣ ਦਾ ਕਾਰਨ ਹੀ ਇਹ ਆ ਵੀ ਉਹਨਾਂ ਦੇ ਕੋਈ ਜਾਬਤਾ ਨਹੀਂ। ਇੱਕ ਥਾਂ ਦੇ ਉੱਤੇ ਜਿਹੜੀ ਸ਼ਕਤੀ ਆ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਨੂੰ ਅਸੀਂ ਦਿੱਤੀ ਹੈ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ, ਪਰੰਤੂ ਕਦੀ ਵੀ ਐਸਾ ਨਹੀਂ ਹੋਇਆ। ਮੈਂ ਬਿਲਕੁਲ ਆਪਣੇ ਦਿਲ ਤੋਂ ਕਹਿਣਾ, ਮੈਂ ਮਹਾਰਾਜ ਨੂੰ ਸਾਖੀ ਜਾਣ ਕੇ ਕਹਿਣਾ ਵੀ ਹਰ ਵਾਰ ਸਾਥੋਂ ਪੁੱਛਿਆ ਜਾਂਦਾ ਵੀ ਕਿਹਨੂੰ ਤੁਸੀਂ ਪ੍ਰਧਾਨ ਚਾਹੁੰਦੇ ਹੋ, ਕੀ ਚਾਹੁੰਦੇ ਹੋ, ਕਿਹਦੇ ਬਸ ਕਿਹਦਾ ਪਿਆਰਟ ਅੱਛਾ ਰਹੇਗਾ, ਕੌਣ ਕੀ ਕਰ ਸਕਦਾ, ਸਾਥੋਂ ਪੁੱਛਿਆ ਜਾਂਦਾ। ਕਦੀ ਵੀ ਐਸਾ ਨਹੀਂ ਹੋਇਆ ਵੀ ਸਾਥੋਂ ਨਾ ਪੁੱਛਿਆ ਜਾਵੇ। ਜਿੱਥੇ ਤੱਕ ਜੀ ਐਗਜ਼ੈਕਟਿਵ ਦੇ ਵਿੱਚ ਜਾਣ ਦਾ ਜਾਂ ਉਹਨਾਂ ਦੇ, ਮੈਂ ਸਮਝਦਾ ਇਹ ਗੱਲ, ਮੈਨੂੰ ਨਹੀਂ ਪਤਾ ਵੀ ਕੋਈ ਸੱਜਣ ਹੋਰ ਵੀ ਕੀ ਮਹਿਸੂਸ ਕਰਦਾ ਹੋ। ਮੈਂ ਤੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਤੌਰ ਮੈਂਬਰ ਇਹ ਸ਼ਕਤੀ ਰੱਖੀ ਹੈ ਵੀ ਮੇਰੇ ਹਲਕਾ ਭਦੌੜ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 2 ਕਾਲਜ ਹੈ। ਮੈਨੂੰ ਤਾਂ ਇਸ ਗੱਲ ਦਾ ਬੜਾ ਮਾਣ ਹੈ। ਮੇਰੀ ਪੀਰੀ ਖਾਲਸਾ ਕਾਲਜ, ਅੱਜ 2 ਕਾਲਜ ਫੇਲ ਹੋ ਰਹੇ ਨੇ, ਸਾਡਾ ਉਹ ਜਿਹੜਾ ਕਾਲਜ ਹੈ ਭਦੌੜ ਬਣਿਆ ਉਹ ਵੀ ਸਫਲਤਾਪੂਰਵਕ ਚੱਲਦਾ ਜੀ। ਮੈਂ ਕਦੀ ਵੀ, ਮੈਂ ਤਾਂ ਮਹਿਸੂਸ ਹੀ ਨਹੀਂ ਕਰਦਾ ਵੀ ਸਾਡੀ ਕੋਈ ਸੁਣਵਾਈ, ਅਗਰ ਸੁਣਵਾਈ ਨਾ ਹੁੰਦੀ ਤਾਂ ਮੇਰੇ ਉੱਥੇ ਕਦੇ ਵੀ ਭਦੌੜ ਦੇ ਵਿੱਚ ਮੇਰੀ ਪੀਰੀ ਖਾਲਸਾ ਕਾਲਜ ਨਾ ਬਣਦਾ। ਇਹ ਸਾਰੀਆਂ ਅਫਵਾਹਾਂ ਨੇ, ਐਸਾ ਕੁਝ ਵੀ ਨਹੀਂ ਵੀ ਸਾਤੋਂ ਪੁੱਛਿਆ ਨਹੀਂ ਜਾਂਦਾ। ਸਾਡਾ ਮਾਣ ਹੈ ਜੀ, ਜੋ ਸਾਨੂੰ ਮਾਨਤਾ ਨੇ ਮਿਲਦਾ, ਬਿਲਕੁਲ ਮਿਲਦਾ। ਨਹੀਂ, ਇੱਕ ਗੱਲ ਇਹ ਵੀ ਹੈ ਨਾ ਵੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹੋ ਤੁਸੀਂ ਵੀ ਚੇਅਰਮੈਨ ਰਹਿ ਚੁੱਕੇ ਹੋ, ਬਹੁਤ ਸਾਰੇ ਵਜ਼ੀਰ ਬਣ ਜਾਂਦੇ ਆ, MLA ਬਣ ਜਾਂਦੇ ਨੇਗੇ, ਫਿਰ ਉਹ ਕਿਵੇਂ ਨਿਆਂ ਕਰਨਗੇ? ਉਹ ਇੱਕ ਪਾਸੇ ਤਾਂ ਤੁਸੀਂ ਧਾਰਮਿਕ ਸੇਵਾ ਕਰ ਰਹੇ ਹੋ, ਦੂਜੇ ਪਾਸੇ ਰਾਜਸੀ ਕੁਰਸੀਆਂ ਨੂੰ ਵੀ ਜੱਫੇ ਮਾਰਦੇ ਹੋ। ਇਹ ਕਿਸ ਤਰ੍ਹਾਂ? ਫਿਰ ਤੁਸੀਂ ਰਾਜਸੀ ਬੰਦੇ ਹੋ ਜਾਂ ਧਾਰਮਿਕ ਬੰਦੇ ਹੋ? ਅਸੀਂ ਦੇਖੋ ਜੀ, ਜਿਹੜਾ ਅਕਾਲੀ ਦਲ ਕਹਿ ਲਈਏ ਜਾਂ ਗੁਰਸਿੱਖੀ ਦੀ ਗੱਲ ਕਹਿ ਲਈਏ, ਇੱਥੇ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਦਾ
ਦਰਬਾਰ ਸਾਹਿਬ ਦੇ ਅੱਗੇ ਬਣ ਜਾਣਾ ਉਹ ਰਾਸ਼ਟਰੀ ਸ਼ਕਤੀ ਦਾ ਪ੍ਰਤੀਕ ਹੈ। ਸ਼੍ਰੋਮਣੀ ਅਕਾਲੀ ਦਲ ਜਾਂ ਇਹ ਕਹ ਲਈਏ ਜਾਂ ਸਿੱਖ ਧਰਮ ਦੇ ਵਿੱਚ ਜਿਹੜੀ ਰਾਸ਼ਟਰੀ ਸ਼ਕਤੀ ਹੈ ਇਹ ਬਰਾਬਰ ਚੱਲਦੀਆਂ ਨੇ, ਪਰੰਤੂ ਇਹਦੇ 'ਚ ਇਹ ਰਿਹਾ ਜੇ ਤੁਸੀਂ ਜਾ ਕੇ ਦਰਬਾਰ ਸਾਹਿਬ ਦਰਸ਼ਨ ਕਰੋ ਤਾਂ ਉੱਥੇ 2 ਨਿਸ਼ਾਨ, ਝੰਡੇ ਬੁੰਗੇ 2 ਨਿਸ਼ਾਨ ਨੇ। ਜਿਹੜਾ ਰਾਸ਼ਟਰੀ ਨਿਸ਼ਾਨ ਸਾਹਿਬ ਹੈ ਜੀ ਉਹ ਜਿਹੜਾ ਧਾਰਮਿਕ ਨਿਸ਼ਾਨ ਸਾਹਿਬ ਹੈ ਉਹਦੇ ਨਾਲੋਂ ਛੋਟਾ ਗਿਣਿਆ ਜਾਂਦਾ। ਇਹ ਜ਼ਰੂਰ ਹੈ ਕਿ ਰਾਸ਼ਟਰੀ ਸ਼ਕਤੀ ਹੈ ਜਿਹੜੀ ਹੈ ਉਹ ਸਵਾਰੀ ਹੈ ਤੇ ਜਿਹੜਾ ਧਰਮ ਹੈ ਉਹਦੇ ਉੱਤੇ ਸਵਾਰ ਹੈ। ਨਹੀਂ ਫਿਰ ਜਦੋਂ ਤੁਸੀਂ ਸਵਾਰ ਹੋ ਫਿਰ ਸਵਾਰੀ ਕਿਉਂ ਬਣ ਜਾਂਦੇ ਹੋ? ਨਹੀਂ ਕਦੇ ਵੀ ਨਹੀਂ ਬਣਦੇ ਜੀ, ਕਦੇ ਵੀ ਨਹੀਂ। ਮੈਂ ਕੋਈ ਵੀ ਬੰਦਾ ਕਹੇ ਤੁਸੀਂ ਮੇਰੇ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਵੀ ਧਰਮ ਉੱਚਾ ਹੈਗਾ, ਜਦੋਂ ਧਰਮ ਦੇ ਤੁਸੀਂ ਮੈਂਬਰ ਬਣ ਗਏ ਫਿਰ ਤੁਹਾਨੂੰ ਮਤਲਬ ਚੇਅਰਮੈਨ, ਤੁਹਾਨੂੰ ਵਜ਼ੀਰ ਬਣਨ ਦੀ, ਤੁਹਾਨੂੰ ਐਮਐਲਏ ਬਣਨ ਦੀ ਕੀ ਜ਼ਰੂਰਤ? ਮੈਨੂੰ ਤਾਂ ਕੋਈ ਵਜ਼ੀਰ ਬਣਾਇਆ ਹੀ ਨਹੀਂ ਜੀ। ਮੈਂ ਨਹੀਂ ਬਣੇ ਤੁਹਾਡੇ ਹੈ ਤਾਂ ਹੈ ਨਾ, ਕੌਣ ਬਣਿਆ ਜੀ? ਹੁਣ ਬਥੇਰੇ ਨੇ ਤੁਹਾਡੇ, ਮਤਲਬ ਕਿੰਨੇ ਮੈਂਬਰ ਨੇ? ਹੁਣ ਤਾਂ ਜੀ ਬੰਦ ਕਰ ਦਿੱਤਾ। ਹੁਣ ਨਹੀਂ ਅਸੀਂ ਕਿਹਾ, ਅਸੀਂ ਤਾਂ ਕਿਹਾ ਪ੍ਰਧਾਨ ਸਾਹਿਬ ਨੂੰ ਵੀ ਸਾਨੂੰ ਇੱਕ ਪਾਸੇ ਹੀ ਕੰਮ ਕਰ ਦਿਆ ਕਰੋ। ਮੈਂ ਤਾਂ ਜ਼ਰੂਰ ਚਾਹੁੰਦਾ ਵੀ ਇੱਕ ਪਾਸੇ ਕੰਮ ਹੋਣਾ ਚਾਹੀਦਾ ਜੀ। ਸਾਨੂੰ ਧਾਰਮਿਕ ਤੌਰ ਦੇ ਉੱਤੇ ਬੜੀ ਵੱਡੀ ਸੇਵਾ ਜੀ। ਉਹਨਾਂ ਜਿਹੜੀਆਂ ਹਜ਼ਾਰਾਂ ਜਿਹੜੇ ਐਮਐਲਏਸ਼ਿਪ ਹੈ ਜਾਂ ਇਹ ਕਹਿਣ ਨੂੰ ਹੀ ਆ ਗੱਲ ਵੀ ਧਰਮ ਵੱਡਾ ਹੈ ਜੀ, ਧਰਮ ਦਾ ਕੁੰਡਾ ਵੱਡਾ ਹੈਗਾ। ਤੇ ਜਦੋਂ ਅਹੁਦੇ ਹੁੰਦੇ ਆ ਉਦੋਂ ਮੈਨੂੰ ਲੱਗਦਾ ਵੀ ਤਕਰੀਬਨ ਜ਼ਿਆਦਾਤਰ ਕਿੰਨੀ ਮਤਲਬ ਗਿਣਤੀ ਮੈਂ ਤੁਹਾਨੂੰ ਗਿਣਾ ਸਕਦਾ ਵੀ ਕਿੰਨੇ ਸ਼੍ਰੋਮਣੀ ਕਮੇਟੀ ਮੈਂਬਰ ਨੇ, ਜਿਨ੍ਹਾਂ ਕੋਲ ਬਹੁਤ ਸਾਰੇ ਮੈਂਬਰ ਤਾਂ ਇਹੋ ਜਿਹੇ ਜਿਨ੍ਹਾਂ ਨੂੰ ਸ਼ਾਇਦ ਉਹ ਭੁੱਲ ਜਾਂਦੇ ਹੁਣ ਵੀ ਮੈਂ ਸ਼੍ਰੋਮਣੀ ਕਮੇਟੀ ਮੈਂਬਰ ਵੀ ਆ, ਕਿਉਂਕਿ ਉਹ ਵਜ਼ੀਰ ਵੀ ਹੁੰਦੇ ਆ, ਐਮਐਲਏ ਵੀ ਹੁੰਦੇ ਹੈਗੇ, ਫਿਰ ਕਿਤੇ ਨਾ ਕਿਤੇ ਕਿਸੇ ਵੱਡੇ ਅਹੁਦੇ ਤੇ ਜਾ ਪੈਂਦੇ ਆ, ਸੰਸਦੀ ਸਕੱਤਰ ਬਣ ਜਾਂਦੇ ਆ, ਫਿਰ ਚੇਅਰਮੈਨ ਵੀ ਬਣ ਜਾਂਦੇ ਆ, ਕਿਤੇ ਨਾ ਕਿਤੇ ਜਾ ਕੇ ਕੋਈ ਕੈਬਨਿਟ ਮੰਤਰੀ ਤੱਕ ਬਣ ਜਾਂਦੇ ਨੇਗੇ। ਫਿਰ ਉਹ ਕਿਵੇਂ ਨਿਆਂ ਕਰਨਗੇ? ਮਤਲਬ ਇਹ ਨਹੀਂ, ਮਹਾਰਾਜ ਨੇ ਕਹਿੰਦੇ ਧਰਮ ਬਿਨਾ ਨਾ ਰਾਜ ਚਲੇ ਹੈ, ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਇੱਕ ਗੱਲ ਯਾਦ ਰੱਖੋ ਸਰ, ਜਿਨ੍ਹਾਂ ਪਾਰਟੀਆਂ ਕੋਲੇ ਰਾਜਸੀ ਸ਼ਕਤੀ ਨਹੀਂ ਹੁੰਦੀ ਉਹਨਾਂ ਦੇ ਧਰਮ ਇੱਕ ਦਿਨ ਉਹਨਾਂ ਦਾ ਪਤਨ ਹੋ ਜਾਂਦਾ। ਬੁੱਧ ਧਰਮ ਦਾ ਕਾਰਨ ਹੀ ਸੀ। ਜੇ ਸ਼੍ਰੋਮਣੀ ਅਕਾਲੀ ਦਲ ਕੋਲੇ ਰਾਜਸੀ ਸ਼ਕਤੀ ਹੈ ਤਾਂ ਹੀ ਸਰ ਅਸੀਂ ਜਿਹੜੀਆਂ ਵੱਡੀਆਂ ਯਾਦਗਾਰਾਂ ਨੇ, ਅੱਜ ਚੱਪੜਚਿੜੀ ਦੇ ਮੈਦਾਨ ਦੀ ਤੁਸੀਂ ਗੱਲ ਕਰੋ ਹੈ ਜੀ, ਅੱਜ ਤੁਸੀਂ ਵੱਡੇ ਘੱਲੂ ਘਾਰੇ ਦੀ ਗੱਲ ਕਰੋ, ਅੱਜ ਛੋਟੇ ਘੱਲੂ ਘਾਰੇ ਦੀ ਗੱਲ ਕਰੀਏ, ਅੱਜ ਜੰਗੇ ਆਜ਼ਾਦੀ ਦੇ ਸ਼ਹੀਦਾਂ ਦੀ ਅਸੀਂ ਗੱਲ ਕਰੀਏ, ਉਹ ਤਾਂ ਸੀ ਜੇ ਸਾਡੇ ਕੋਲੇ ਰਾਜਸੀ ਸ਼ਕਤੀ ਸੀ ਸ਼੍ਰੋਮਣੀ ਅਕਾਲੀ ਦਲ ਕੋਲ। ਜਿਹੜੇ ਲਈ ਤੁਸੀਂ ਗੁਰੂ ਗ੍ਰੰਥ ਸਾਹਿਬ ਲਈ ਗਏ ਹੋ ਉਹਦੀ ਤਾਂ ਤੁਸੀਂ ਰੱਖਿਆ ਨਹੀਂ ਕਰ ਸਕੇ। ਕਰਦੇ ਆ ਜੀ, ਕਿੱਥੇ ਆ ਸਰੂਪ? ਬਿਲਕੁਲ ਦੱਸਾਂਗੇ ਜੀ। ਆ ਦੇਖੋ ਹੋ ਰਿਹਾ ਪ੍ਰਬੰਧ ਲਗਾਤਾਰ, ਤੁਸੀਂ ਟਾਈਮ ਤਾਂ ਦਿਓ। ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੀਤਾ ਹੋਇਆ ਤੁਸੀਂ ਸਮਾਂ ਤਾਂ ਦਿਓ। ਯਾਦਗਾਰਾਂ ਗਿਣਾ ਰਹੇ ਹੋ, ਯਾਦਗਾਰਾਂ ਤੁਹਾਨੂੰ ਚੁਣਿਆ ਤਾਂ ਗੁਰੂ ਗ੍ਰੰਥ ਸਾਹਿਬ ਗੁਰਦੁਆਰਿਆਂ ਦੇ ਪ੍ਰਬੰਧ ਲਈ ਆ। ਗੁਰਦੁਆਰਿਆਂ ਦੇ ਪ੍ਰਬੰਧਾਂ ਦੇ ਵਿੱਚ ਕੀ ਕੁਝ ਹੋ ਰਿਹਾ ਹੁਣ ਉਹ ਤੁਹਾਨੂੰ ਵੀ ਪਤਾ ਹੈ। ਆ ਲਾਕਡਾਊਨ ਦਾ ਦਾਲਾਂ ਦਾ ਘਟਾਲਾ, ਮਤਲਬ ਕਿਤੇ ਕੋਈ ਵੀ ਇੱਕ ਵੀ ਅਜਿਹਾ ਕੁਛ ਮਤਲਬ ਸੰਸਥਾ ਛੱਡੀ ਆ। ਲੰਗਰ ਸਿੱਖੀ ਦੀ ਪ੍ਰਥਾ ਹੈਗੀ, ਸਿੱਖੀ ਦਾ ਸਭ ਤੋਂ ਵੱਡਾ ਮੰਨਿਆ ਜਾਂਦਾ ਵੀ ਇੱਕ ਲੰਗਰ ਹੈ ਜਿਹੜਾ ਸਾਡਾ ਇੱਕ ਬਹੁਤ ਵੱਡੀ ਪਰੰਪਰਾ ਹੈਗੀ। ਲੰਗਰ ਦੇ ਵਿੱਚ ਵੀ ਘਟਾਲਾ, ਇੱਥੋਂ ਤੱਕ ਕਿ ਹੁਣ ਤਾਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੁਣ ਜਿਹੜਾ ਸਾਡੇ ਤਾਂ ਹੋਇਆ ਕੈਨੇਡਾ ਵਾਲੀ ਗੱਲ ਆ ਰਹੀ ਹੈ ਵੀ ਉੱਥੇ ਕਿੰਨੇ ਸਰੂਪ ਆ ਜਿਹੜੇ ਉਹ ਮਤਲਬ ਬਾਸੀ ਗਲ ਗਈ ਆ ਖੜੀ ਉੱਥੇ, ਤੇ ਮਤਲਬ ਕੌਣ ਜ਼ਿੰਮੇਵਾਰ ਹੈ ਇਹਦਾ? ਅਸੀਂ ਦੇਖੋ ਜੀ, ਮੈਂ ਜਿੱਥੇ ਕੱਲ ਬਤੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਸਮਝਦਾ ਵੀ ਅਸੀਂ ਇਸ ਗੱਲ ਦੇ SGPC ਜ਼ਿੰਮੇਵਾਰ ਹੈ, ਪਰੰਤੂ ਤੁਸੀਂ ਸਾਨੂੰ ਥੋੜ੍ਹਾ ਜਿਹਾ ਸੰਧੂ ਸਾਹਿਬ ਸਮਾਂ ਦਿਓ। ਮਾਨਯੋਗ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜੋ ਬੜਾ ਹੀ ਅੱਛੇ ਫੈਸਲੇ ਕੀਤੇ ਨੇ। ਪਹਿਲੀ ਵਾਰ ਸਾਨੂੰ ਇਹ ਮਹਿਸੂਸ ਹੋ ਰਿਹਾ ਵੀ ਸਾਡੇ ਜਥੇਦਾਰ ਸਾਹਿਬ ਆ ਜਿਹੜੇ ਉਹ ਅੱਛੇ ਫੈਸਲੇ ਕਰਕੇ ਕੌਮ ਨੂੰ ਅੱਗੇ ਲੈ ਕੇ ਜਾਣ ਲੱਗੇ ਹੋਏ ਨੇ। ਜਿੱਥੇ ਜਿਹੜੀਆਂ ਧਾਰਮਿਕ ਯਾਦਗਾਰਾਂ ਦੀ ਗੱਲ ਕੀਤੀ ਹੈ ਨਾ ਸਰ, ਦੇਖੋ 2 ਪਾਰਟੀਆਂ ਪੰਜਾਬ ਦੇ ਵਿੱਚ ਰਾਜ ਕਰ ਰਹੀਆਂ, ਇੱਕ ਸ਼੍ਰੋਮਣੀ ਅਕਾਲੀ ਦਲ, ਇੱਕ ਕਾਂਗਰਸ। ਮੈਂ ਬਹੁਤ ਵਾਰ ਮੇਰੇ ਸੱਜਣਾਂ ਨੂੰ ਇਹ ਸਵਾਲ ਕੀਤਾ ਵੀ ਅਗਰ ਬਾਲ ਸਾਹਿਬ ਨੂੰ ਕਹਿ ਲਈਏ ਜਾਂ ਅਕਾਲੀ ਦਲ ਨੂੰ ਕਹਿ ਲਈਏ ਵੀ ਪਾਸੇ ਕਰ ਦਿਓ ਤਾਂ ਅਸੀਂ ਉਸ ਪਾਰਟੀ ਨੂੰ ਇਸ ਦਾ ਪ੍ਰਬੰਧ ਦੇ ਦਈਏ ਜਿਹਨੇ 1984 ਦੇ ਵਿੱਚ ਸਾਡੇ ਗੁਰਦੁਆਰਾ ਸਾਹਿਬ ਤੇ ਅਟੈਕ ਕੀਤਾ। ਅਸੀਂ ਉਸ ਪਾਰਟੀ ਨੂੰ ਆਪਣਾ ਪ੍ਰਬੰਧ ਦੇ ਦਈਏ ਜਿਹਨੇ 1984 ਦੇ ਦਿੱਲੀ ਦੇ ਵਿੱਚ ਦੰਗੇ ਕਰਾ ਕੇ ਹਜ਼ਾਰਾਂ ਸਿੱਖਾਂ ਨੂੰ ਕੋਹ ਕੇ ਮਾਰ ਦਿੱਤਾ। ਉਹਨੂੰ ਪ੍ਰਬੰਧ ਨਹੀਂ ਦਿੱਤਾ ਜਾ ਸਕਦਾ। ਜਿਨ੍ਹਾਂ ਕੋਲ ਪ੍ਰਬੰਧ ਆ ਉਹਨਾਂ ਨੇ ਕੀ ਕੀਤਾਗਾ? ਬਾਈਬਲ ਕਲਾਂ 'ਚ ਕੀ ਕੀਤਾਗਾ? ਉਹਨਾਂ ਨੇ ਵੀ ਤੇ ਗੋਲੀਆਂ ਚਲਾਈਆਂ ਸਿੱਖਾਂ ਤੇ। ਜਿਨ੍ਹਾਂ ਕੋਲੇ ਤੁਸੀਂ ਕਹਿੰਦੇ ਹੋ ਪ੍ਰਬੰਧ ਆ ਉਹਨਾਂ ਨੇ ਕਿਹੜਾ ਭਲੀ ਗੁਜ਼ਾਰੀ ਆ ਸਿੱਖਾਂ ਨਾਲ? ਮੇਰੀ ਬੇਨਤੀ ਇਹ ਹੈ ਵੀ ਇਸ ਗੱਲ ਦਾ ਸਰਦਾਰ ਸੁਖਵੀਰ ਸਿੰਘ ਬਾਲ ਸਾਹਿਬ ਨੇ ਵੀ ਬਹੁਤ ਵਾਰ ਇਹ ਗੱਲ ਕਹੀ ਹੈ, ਅਗਰ ਇਹ ਦੋਸ਼ੀ ਨੇ ਤਾਂ ਉਹਨਾਂ ਨੂੰ ਗੌਰਮੈਂਟ ਇਸ ਵੇਲੇ ਪੰਜਾਬ ਦੇ ਵਿੱਚ 3.5 ਸਾਲ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਬਣਿਆ ਨੂੰ ਹੋ ਗਏ। ਉਹ ਐਸੇ ਕਰਕੇ ਗੁਟਕੇ ਦੀ ਸਹੁੰ ਖਾ ਕੇ ਮੈਂ ਨਸ਼ੇ ਬੰਦ ਕਰੂੰ, ਮੈਂ ਇਹ ਗੁਰੂ ਗ੍ਰੰਥ ਸਾਹਿਬ ਇਨਸਾਫ ਦਿਉ। ਉਹ ਜੀ ਅਗਰ ਦੋਸ਼ੀ ਨੇ ਬਾਲ ਸਾਹਿਬ ਪਰਿਵਾਰ, ਤੁਸੀਂ ਬਾਲ ਪਰਿਵਾਰ ਨੂੰ ਕਹਿੰਦੇ ਹੋ, ਅਗਰ ਉਹ ਦੋਸ਼ੀ ਹੈ ਤਾਂ ਜੋ ਫੜ ਕੇ ਅੰਦਰ ਕਰਨ, ਫਿਰ ਉਹਨਾਂ ਨੂੰ ਰੋਕਦਾ ਕੌਣ ਹੈ ਜੀ? ਕੋਈ ਵੀ ਐਸੀ ਰਿਪੋਰਟ ਨਹੀਂ ਜਿਹਦੇ ਵਿੱਚ ਉਹ ਪਰਿਵਾਰ ਨੂੰ ਦੋਸ਼ੀ ਮੰਨਿਆ ਜਾ ਸਕੇ। ਮੈਂ ਸਮਝਦਾ ਵੀ ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਰਾਜ ਵੀ ਅਕਾਲੀ ਦਲ ਦਾ, ਸ਼੍ਰੋਮਣੀ ਕਮੇਟੀ ਵੀ ਅਕਾਲੀ ਦਲ ਦੀ। ਅਗਲਿਆਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਚੱਕ ਲੀਆਂ ਔਰ ਕੰਧਾਂ ਦੇ ਉੱਪਰ ਪੋਸਟਰ ਲਾਤੇ ਵੀ ਤੁਹਾਡਾ ਗੁਰੂ ਸਾਡੇ ਕੋਲੇ ਆ। ਫਿਰ ਉਹੋ ਜਿਹੇ ਰਾਜ ਤੋਂ ਕੀ ਕਰਾਉਣਾ ਸਿੱਖਾਂ ਨੇ?
ਨਹੀਂ ਫਿਰ ਆਪਾਂ ਉਹਦਾ ਬਦਲ ਕਿਹਨੂੰ ਦੇ ਜੀ ਦੱਸੋ ਤੁਸੀਂ ਫਿਰ ਕਾਂਗਰਸ ਨਹੀਂ ਤੁਸੀਂ ਕਹਿੰਦੇ ਹੋ ਕਾਂਗਰਸ ਦੀ ਗੱਲ ਕਰਦੇ ਹੋ ਇੱਕ ਕਾਂਗਰਸ ਇਹ ਤਾਂ ਨਹੀਂ ਹੈ ਵੀ ਜੇ ਉਹ ਮਾੜੇ ਆ ਸੀ ਉਦੋਂ ਵੀ ਮਾੜੇ ਸਾਨੂੰ ਵੀ ਕਬੂਲ ਕਰੋ ਅੱਛਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਹੁਤ ਅੱਛਾ ਕੀਤਾ ਤੁਸੀਂ ਇਸ ਗੱਲ ਦਾ ਕੀ ਜਵਾਬ ਹੈ ਤੁਹਾਡੇ ਕੋਲੇ ਸਾਡੇ ਕੋਲ ਜਵਾਬ ਮੈਂ ਕਹਿੰਦਾ ਵੀ ਗਵਰਨਮੈਂਟ ਦੇ ਇਸ ਵੇਲੇ ਅਸੀਂ ਨਹੀਂ ਸਰਕਾਰ ਕਹਿੰਦੇ ਵੀ ਬਾਦਲ ਸਾਹਿਬ ਨੇ ਕਰਾਈ ਜਾਂ ਸੁਖਬੀਰ ਬਾਦਲ ਨੇ ਕਰਾਈ ਇਹ ਕੌਣ ਕਹਿੰਦਾ ਵੀ ਅਸੀਂ ਨਹੀਂ ਮੰਨਦੇ ਇਹ ਗੱਲ ਵੀ ਉਹਨਾਂ ਨੇ ਕਰਾਈ ਆ ਪਰ ਰਾਜ ਤਾਂ ਉਹਨਾਂ ਦਾ ਨਾ ਇੱਕ ਕਹਿੰਦਾ ਐਸੇ ਤਾਂ ਪਹਿਲਾਂ ਵੀ ਰਾਜ ਬਿਨਾਂ ਨਾ ਧਰਮ ਚਲੇ ਹੈ ਬਿਲਕੁਲ ਤੇ ਉਸੇ ਰਾਜ ਦੇ ਵਿੱਚ ਆਹ ਕੁਝ ਹੁੰਦਾ ਇੱਥੇ ਸਾਡੇ ਸਿੱਖਾਂ ਦੇ ਉੱਪਰ ਹੀ ਗੋਲੀਆਂ ਚੱਲਦੀਆਂ ਨੇਗੀਆਂ ਸਿੱਖ ਹੀ ਮਾਰੇ ਜਾਂਦੇ ਨੇਗੇ ਜਿਹੜੇ ਉਹ ਵੀ ਉਸ ਤਰ੍ਹਾਂ ਮਾਰੇ ਜਾਂਦੇ ਗੁਰੂ ਗ੍ਰੰਥ ਸਾਹਿਬ ਦੀ ਮਤਲਬ ਬੇਅਦਬੀ ਦੇ ਵਿਰੁੱਧ ਸ਼ਾਂਤਮਈ ਧਰਨਾ ਦੇ ਰਹੇ ਸ਼ਾਂਤਮਈ ਰੋਸ ਕਰ ਰਹੇ ਜਿਹੜਾ ਕੋਈ ਸਾਰਾ ਕੁਝ ਸਾਹਮਣੇ ਆ ਰਿਹਾ ਹੁਣ ਇਸ ਵੇਲੇ ਮਤਲਬ ਉਹ ਪੁਲਿਸ ਵਾਲੇ ਆ ਜਿਹੜੇ ਮਤਲਬ ਉਹ ਗਵਾਹ ਬਣੀ ਜਾਂਦੇ ਆ ਉਧਰੋਂ ਸਮੇਧ ਸਿੰਘ ਸੈਣੀ ਆ ਜਿਹੜਾ ਮਤਲਬ ਸਿੱਖਾਂ ਦਾ ਕਾਤਲ ਹੈ ਇੱਕ ਤਰ੍ਹਾਂ ਦੇ ਨਾਲ ਸਾਬਤ ਹੋ ਗਿਆ ਹੁਣ ਇਸ ਵੇਲੇ ਤੇ ਉਹ ਬੰਦੇ ਨੂੰ ਸਾਰੀ ਦੁਨੀਆ ਚੀਕ ਕੇ ਕਹਿੰਦੇ ਉਹਨੂੰ ਡੀਜੀਪੀ ਲਾਈ ਬੈਠਿਆ ਫਿਰ ਉਹ ਰਾਜ ਤੇ ਉਹ ਕਾਂਗਰਸ ਤੇ ਇਹਦੇ 'ਚ ਕੀ ਫਰਕ ਰਹੇਗਾ ਕਿੰਨਾ ਕੁ ਫਰਕ ਰਹੇਗਾ ਨਹੀਂ ਜੀ ਫਿਰ ਕਾਂਗਰਸ ਨੂੰ ਤੁਸੀਂ ਕਹੋ ਵੀ ਉਹ ਜਿਨ੍ਹਾਂ ਦੇ ਉੱਤੇ ਦੋਸ਼ ਹੈ ਉਹਨਾਂ ਨੂੰ ਫੜ ਕੇ ਅੰਦਰ ਦੇਵੇ ਜੀ ਕਦੇ ਵੀ ਨਹੀਂ ਅਕਾਲੀ ਦਲ ਨੇ ਕਿਹਾ ਵੀ ਨਾ ਦੇਵ ਜਿਹਦੇ ਦੋਸ਼ ਹੈ ਫੜਿਆ ਤਾਂ ਜਾਈ ਰਿਹਾ ਹੁਣ ਡੀਜੀਪੀ ਭੱਜਿਆ ਵਾ ਜਿਹੜਾ ਇਹਨਾਂ ਨੇ ਡੀਜੀਪੀ ਲਾਇਆ ਸੀ ਉਹ ਤਾਂ ਭੱਜਿਆ ਵਾ ਉਹ ਤਾਂ ਜੀ 29 ਸਾਲ ਕੋਈ ਪਹਿਲਾਂ ਦਾ ਕੇਸ ਹੈ ਜਿਸ ਦੇ ਵਿੱਚ ਉਹ ਤਾਂ ਕੋਈ ਅਕਾਲੀ ਦਲ ਦੀ ਸਰਕਾਰ ਦਾ ਨਹੀਂ ਉਹ ਤਾਂ ਪਹਿਲਾਂ 29 ਸਾਲ ਦੇ ਪਹਿਲਾਂ ਦੀ ਗੱਲ ਹੈ ਜੀ ਜਿਹਦੇ ਵਿੱਚ ਡੀਜੀਪੀ ਭੱਜਿਆ ਹੋਇਆ ਉਹ ਤਾਂ ਅਕਾਲੀ ਗਵਰਨਮੈਂਟ ਵੇਲੇ ਤਾਂ ਕੋਈ ਸਮੇਧ ਸਿੰਘ ਸੈਣੀ ਨੇ ਕਤਲ ਨਹੀਂ ਕੀਤਾ ਜੀ ਇਹ ਤਾਂ ਉਦੋਂ ਪਹਿਲਾਂ ਦੀ ਗੱਲ ਹੈ ਜੀ ਤਾਂ 29 ਸਾਲ ਪੁਰਾਣੀ ਕੇਸ ਹੈ ਜਿਹਦੇ ਵਿੱਚ ਡੀਜੀਪੀ ਭੱਜਿਆ ਹੋਇਆ ਜੀ ਹਾਂ ਜਦੋਂ ਵੀ ਐਸਾ ਲੱਗਿਆ ਸੀ ਤੇ ਮੈਂ ਇਹ ਵੀ ਗੱਲ ਕਹਿਣਾ ਵੀ ਉਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਡੀਜੀਪੀ ਹਟਾ ਵੀ ਦਿੱਤਾ ਸੀ ਜਦੋਂ ਇਹ ਮਹਿਸੂਸ ਹੋਇਆ ਸੀ ਵੀ ਇਹ ਗਲਤ ਆ ਤਾਂ ਉਹਨਾਂ ਨੇ ਹਟਾ ਵੀ ਦਿੱਤਾ ਸੀ ਉਸ ਨੂੰ ਜੀ ਜੀ ਇਹਦੇ ਨਾਲ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਪਿਛਲੇ ਦਿਨੀ ਰਾਗੀਆਂ ਵੱਲੋਂ ਪ੍ਰਬੰਧਾਂ ਦੇ ਉੱਪਰ ਬਹੁਤ ਵੱਡਾ ਸਵਾਲ ਹੈ ਜਿਹੜਾ ਉਠਾਇਆ ਗਿਆ ਹੈਗਾ ਉਹਦੇ ਬਾਰੇ ਕੀ ਸੋਚਦੇ ਹੋ ਤੁਸੀਂ ਐਜ਼ ਏ ਸ਼੍ਰੋਮਣੀ ਕਮੇਟੀ ਮੈਂਬਰ ਉਹਦੇ ਬਾਰੇ ਜੀ ਮੈਂ ਇਸ ਗੱਲ ਨੂੰ ਪਹਿਲਾਂ ਤਾਂ ਜੀ ਬਹੁਤ ਜ਼ਿਆਦਾ ਮੈਂ ਮੰਦਭਾਗਾ ਸਮਝਦਾ ਵੀ ਇਹ ਕਿਉਂਕਿ ਦੋਨੇ ਹੀ ਜਗ੍ਹਾ ਦੋਨਾਂ ਦੀ ਹੀ ਰਾਗੀਆਂ ਦੇ ਵੀ ਬਹੁਤ ਉੱਚੀ ਪਦਵੀ ਹੈ ਸਿੰਘ ਸਾਹਿਬ ਵੀ ਬਹੁਤ ਉੱਚੀ ਪਦਵੀ ਦੇ ਉੱਤੇ ਸ਼ੋਭਾਮਾਨ ਨੇ ਗਿਆਨੀ ਜਗਤਾਰ ਸਿੰਘ ਜੀ ਇਹ ਜਿਹੜਾ ਜੀ ਵਿਵਾਦ ਸੀ ਇਹ ਬਹੁਤ ਜ਼ਿਆਦਾ ਮੰਦਭਾਗਾ ਮੈਂ ਇਹਨੂੰ ਚੰਗਾ ਨਹੀਂ ਸਮਝਦਾ ਜੀ ਇਹ ਬਹੁਤ ਜ਼ਿਆਦਾ ਮਾੜਾ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਜੋ ਹੋਇਆ ਨੇ ਨਹੀਂ ਹੋਣਾ ਚਾਹੀਦਾ ਸੀ ਮੈਂ ਇਹਨੂੰ ਚੰਗਾ ਨਹੀਂ ਸਮਝਦਾ ਦੁਨੀਆ ਅਸੀਂ ਬਹੁਤ ਸਤਿਕਾਰ ਨਾਲ ਮਤਲਬ ਇੱਕ ਤਰ੍ਹਾਂ ਦੇ ਨਾਲ ਹਰ ਸਿੱਖ ਦੇ ਮਨ ਦੇ ਵਿੱਚ ਇਹ ਇੱਕ ਬਲਬਲਾ ਹੁੰਦਾ ਵੀ ਉਹਨੂੰ ਕਦੋਂ ਵੀ ਸਮਾਂ ਲੱਗੇ ਜਾਂ ਇੱਕ ਤੜਫ ਹੈ ਵੀ ਉਹ ਕਦੋਂ ਵੀ ਹਰਿਮੰਦਰ ਸਾਹਿਬ ਜਾਂਦਾ ਹੈ ਉੱਥੇ ਨਤਮਸਤਕ ਹੋਵੇ ਉਹ ਦਰਸ਼ਨ ਦਿਦਾਰੇ ਕਰੇ ਪਰ ਉੱਥੇ ਜਿਹੜਾ ਕੁਝ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਹੋ ਰਿਹਾ ਜੋ ਕੁਝ ਉਹ ਰਾਗੀ ਕਹਿ ਰਹੇ ਨੇਗੇ ਤੇ ਕੀ ਮਤਲਬ ਹੁਣ ਜਿੱਥੇ ਇੱਕ ਪਾਸੇ ਪ੍ਰਬੰਧ ਉੱਥੋਂ ਦੇ ਪ੍ਰਬੰਧ ਵੀ ਸਹੀ ਨਹੀਂ ਰੱਖ ਸਕਦੇ ਸੀ ਫਿਰ ਪ੍ਰਬੰਧਕ ਕਮੇਟੀ ਦਾ ਕੀ ਰੋਲ ਰਹਿ ਗਿਆ ਪ੍ਰਬੰਧਕ ਕਮੇਟੀ ਦਾ ਜੀ ਸਾਰਾ ਰੋਲ ਆ ਤੁਸੀਂ ਇੱਕ ਮੇਰੀ ਬੇਨਤੀ ਸੰਧੂ ਸਾਹਿਬ ਵੀ ਬਹੁਤ ਅੱਛਾ ਵੀ ਹੈ ਤੁਸੀਂ ਖਾਲੀ ਗਲਾਸ ਨਾ ਦੇਖਿਆ ਕਰੋ ਭਰਿਆ ਗਲਾਸ ਵੀ ਦੇਖਿਆ ਕਰੋ ਬਹੁਤ ਅੱਛੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਅੱਛੇ ਪ੍ਰਬੰਧ ਵੀ ਕਰਦੀ ਹੈ ਇਸ ਕਮੇਟੀ ਨੇ ਕਾਲਜ ਚਲਾਉਂਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਯੂਨੀਵਰਸਿਟੀ ਬਣੀ ਆ ਮੈਡੀਕਲ ਕਾਲਜ ਯੂਨੀਵਰਸਿਟੀ ਬਣੀ ਆ ਮੈਂ ਤੁਹਾਨੂੰ ਦੱਸਿਆ ਵੀ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਲੋਕਲ ਜਿੱਥੇ ਗਹਿਲਾ ਮਾਤਾ ਸਾਹਿਬ ਕੋਲ ਗਰਲਜ਼ ਕਾਲਜ ਬਣਿਆ ਹੋਇਆ ਉੱਥੇ ਉਹ ਵਿੱਦਿਆ ਦਿੱਤੀ ਜਾ ਰਹੀ ਹੈ ਪਛੜੀ ਲੱਗ ਬਹੁਤ ਠੀਕ ਵੀ ਕੀਤਾ ਕਿਤੇ ਕਮੀਆਂ ਰਹਿ ਜਾਂਦੀਆਂ ਨੇ ਜੀ ਇਹ ਮਨੁੱਖ ਜਿੱਥੇ ਆਏ ਉੱਥੇ ਕਮੀ ਵੀ ਜ਼ਰੂਰ ਹੋਈ ਕੁਝ ਕਮੀਆਂ ਰਹੀਆਂ ਨੇ ਇਹਦੇ ਲਈ ਜ਼ਰੂਰ ਮੈਂ ਮਹਿਸੂਸ ਕਰਦਾ ਵੀ ਇਹ ਸਾਡੀ ਸਾਥੋਂ ਇੱਕ ਕਮੀ ਰਹੀ ਹੈ ਸਾਡੀ ਨਹੀਂ ਹੋਣਾ ਚਾਹੀਦਾ ਸੀ ਸਾਡੇ ਪ੍ਰਬੰਧ ਦੇ ਵਿੱਚ ਇਹ ਗਲਤ ਹੋਇਆ ਕਿਉਂਕਿ ਧਾਰਮਿਕ ਦੋਨੇ ਹੀ ਬਹੁਤ ਵੱਡੇ ਧਾਰਮਿਕ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਉਹਨਾਂ ਨੂੰ ਕਿਵੇਂ ਸਮਝਾਊਗਾ ਸਿੰਘ ਸਾਹਿਬ ਨੂੰ ਮੈਂ ਕੀ ਕਹਿ ਸਕਦਾ ਵੀ ਤੁਸੀਂ ਇਸ ਤਰ੍ਹਾਂ ਇਹ ਠੀਕ ਨਹੀਂ ਜਾਂ ਇਹ ਗਲਤ ਆ ਜਾਂ ਮੈਂ ਰਾਗੀਆਂ ਨੂੰ ਮੈਂ ਤਾਂ ਜ਼ਰੂਰ ਕਹਾਂ ਵੀ ਜਾਬਤੇ 'ਚ ਰਹਿਣਾ ਚਾਹੀਦਾ ਸੀ ਤੁਸੀਂ ਆਪਣੇ ਪ੍ਰਧਾਨ ਨੂੰ ਤਾਂ ਕਹਿ ਸਕਦੇ ਹੋ ਵੀ ਇਹਨੂੰ ਸੈੱਟ ਕਰੋ ਜੀ ਇਹ ਕੀ ਹੋ ਰਿਹਾ ਹੈਗਾ ਬਿਲਕੁਲ ਜੀ ਮੈਂ ਕਹਿਣਾ ਜੀ ਜ਼ਰੂਰ ਕਰਨਗੇ ਉਹ ਜ਼ਰੂਰ ਉਹਨਾਂ ਨੇ ਕਿਹਾ ਕਰਨਗੇ ਮੈਂ ਬਿਲਕੁਲ ਕਹਿਣਾ ਜਦੋਂ ਵੀ ਮੈਂ ਮਾਨਯੋਗ ਪ੍ਰਧਾਨ ਸਾਹਿਬ ਨੂੰ ਮਿਲਦਾ ਮੈਂ ਜ਼ਰੂਰ ਕਹਿਣਾ ਲੌਂਗੋਵਾਲ ਸਾਹਿਬ ਨੂੰ ਵੀ ਜੀ ਇਹਨਾਂ ਨੂੰ ਬਿਠਾ ਕੇ ਸਿੰਘ ਸਾਹਿਬ ਨੂੰ ਤੇ ਇਹਨਾਂ ਦਾ ਜਿਹੜਾ ਹੈ ਵਾਦ ਵਿਵਾਦ ਉਹ ਹੱਲ ਕੀਤਾ ਜਾਵੇ ਮੈਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਬੇਨਤੀ ਕਰਦਾ ਇਸ ਗੱਲ ਨੂੰ ਵੀ ਇਹ ਵਾਦ ਵਿਵਾਦ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਅਸਲ ਕੀ ਸਮਝਦੇ ਹੋ ਜਿਹੜਾ ਇਹਦੇ ਵਿੱਚ ਗਿਰਾਵਟ ਆਉਣ ਦਾ ਕੀ ਕਾਰਨ ਕੀ ਮੰਨਦੇ ਹੋ ਤੁਸੀਂ ਕਿਸ ਦੇ ਵਿੱਚ ਗਿਰਾਵਟ ਆਉਣ ਦਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕ੍ਰੈਡੀਬਿਲਟੀ ਅੱਜ ਬਕਾਰ ਹੈ ਦਾਅ ਤੇ ਲੱਗਿਆ ਹੋਇਆ ਹੈਗਾ ਅਜਿਹੀਆਂ ਗੱਲਾਂ ਉੱਠ ਰਹੀਆਂ ਨੇ ਕਿਉਂਕਿ ਤੁਸੀਂ ਹੁਣ ਮੈਨੂੰ ਖਾਲੀ ਗਲਾਸ ਜਾਂ ਭਰੇ ਗਲਾਸ ਵਾਲੀ ਗੱਲ ਕਰਦੇ ਹੋ ਮੈਂ ਆਪਣੇ ਕੋਲੋਂ ਤਾਂ ਕੁਝ ਨਹੀਂ ਕਹਿ ਰਿਹਾ ਜੇ ਕੁਝ ਹੋ ਰਿਹਾ ਜੋ ਕੁਝ ਮੀਡੀਆ ਦੇ ਵਿੱਚ ਆ ਉਹੀ ਤੁਹਾਨੂੰ ਸਵਾਲ ਕੀਤੇ ਆ ਮੈਂ ਬਿਲਕੁਲ ਜੀ ਜਿਹੜਾ ਕੁਝ ਮੀਡੀਆ ਦੇ ਵਿੱਚ ਆ ਰਿਹਾ ਹੈ ਜੀ ਆ ਬਿਲਕੁਲ ਹਾਂ ਇਹ ਚੀਜ਼ਾਂ ਨਾ ਆਉਣ ਪ੍ਰਬੰਧ ਸਹੀ ਹੋਣ ਇਹ ਜਿਹੜਾ ਮਤਲਬ ਗਿਰਾਵਟ ਆਈ ਹੈ ਪਿਛਲੇ ਸਮੇਂ ਦੌਰਾਨ ਜਦੋਂ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਹੋ ਤੁਸੀਂ ਕਾਲਜਾਂ ਦੀ ਗੱਲ ਕੀਤੀ ਆ ਵਿੱਦਿਆ ਦੀ ਗੱਲ ਕੀਤੀ ਆ ਨੋ ਡਾਊਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਇਤਿਹਾਸ ਹੈ ਬਹੁਤ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਨੂੰ ਦਿੱਤਾ ਗਾ ਸਿੱਖ ਕੌਮ ਨੂੰ ਬਹੁਤ ਕੁਝ ਦੇਣ ਆ ਜਿਹੜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਪਰ ਗੱਲ ਮੌਜੂਦਾ ਹਾਲਾਤਾਂ ਤੇ ਆ ਕੇ ਜਦੋਂ ਖੜਦੀ ਆ ਮੌਜੂਦਾ ਹਾਲਾਤਾਂ ਦਾ ਜਿਹੜਾ ਮਤਲਬ ਇਸ ਤਰ੍ਹਾਂ ਦਾ ਗਿਰਾਵਟ ਆਈ ਹੈਗੀ ਇਹਨੂੰ ਕੀ ਕਾਰਨ ਮੰਨਦੇ ਹੋ ਤੁਸੀਂ
ਇਹਦੇ ਜੀ ਮਨੁੱਖ ਦੀ ਹਉਮੈ ਹੁੰਦੀ ਹੈ ਸੰਧੂ ਸਾਹਿਬ, ਕਿਤੇ ਨਾ ਮਨੁੱਖ ਆਪਣੀ ਹਉਮੈ ਦੇ ਅਧੀਨ ਹੋ ਜਾਂਦਾ। ਦੇਖੋ ਜਿਹੜਾ ਇਹ ਧਰਮ ਹੈ ਇਹ ਹੈਗਾ ਨਿਮਰਤਾ ਦਾ ਧਰਮ ਜੀ। ਇੱਥੇ ਜਿਹੜਾ ਨਿਮਰਤਾ ਨੂੰ ਬਹੁਤ ਜ਼ਿਆਦਾ ਵੱਡਾ ਜਾਂ ਮਾਫੀ ਨੂੰ ਬਹੁਤ ਵੱਡਾ ਮੰਨਿਆ ਜਾਂਦਾ ਹੈਗਾ। ਕਈ ਵਾਰੀ ਐਸਾ ਹੋ ਜਾਂਦਾ ਵੀ ਮਨੁੱਖ ਆਪਣੀ ਹਉਮੈ ਦੇ ਪੱਠੇ ਪਾਉਣ ਵਾਸਤੇ ਜਿਹੜੀਆਂ ਐਸੀਆਂ ਗੱਲਾਂ ਕਰ ਦਿੰਦਾ ਜਿਹਦੇ ਵਿੱਚ ਸਾਨੂੰ ਸਾਰਿਆਂ ਨੂੰ ਜਵਾਬ ਦੇਣਾ ਪੈਂਦਾ। ਮੈਂ ਤੇ ਕੱਲ ਵੀ 1-2 ਹੋਰ ਵੀ ਮੇਰੇ ਸੱਜਣਾ ਨੇ ਬੇਨਤੀ ਮੈਨੂੰ ਆਪਣਾ ਮੇਰੇ ਨਾਲ ਗੱਲਬਾਤ ਕਰੀ ਸੀ, ਮੈਂ ਉਹਨਾਂ ਚੈਨਲਾਂ ਰਾਹੀਂ ਵੀ ਬੇਨਤੀ ਕੀਤੀ ਹੈ ਵੀ ਜਿਹੜੇ ਸਿੰਘ ਸਾਹਿਬ ਨੇ ਗਿਆਨੀ ਜਗਤਾਰ ਸਿੰਘ ਜੀ ਉਹ ਬਹੁਤ ਵੱਡੇ ਰੁਤਬੇ ਤੇ ਬੈਠੇ ਨੇ। ਇਹ ਜਿਹੜੇ ਰਾਗੀ ਸਿੰਘ ਨੇ ਇਹਨਾਂ ਦਾ ਵੀ ਰੁਤਬਾ ਵੱਡਾ ਹੈ, ਉਹਨਾਂ ਦੀ ਉਮਰ ਬਹੁਤ ਵੱਡੀ ਹੈ। ਰਾਗੀ ਸਿੰਘ ਸਾਰੇ ਤੁਹਾਡੇ ਵਾਂਗੂ ਜਵਾਨ ਨੇ, ਉਹਨਾਂ ਦੇ ਬੱਚਿਆਂ ਵਰਗੇ ਨੇ, ਉਹਨਾਂ ਨੂੰ ਗਲ ਦੇ ਨਾਲ ਲਾ ਕੇ ਉਹਨਾਂ ਦੀ ਜੇ ਕਿਤੇ ਕੋਈ ਦੇਖੋ ਮਰਜ਼ਾਦਾ ਬਹਾਲ ਰੱਖਣਾ ਸਿੰਘ ਸਾਹਿਬ ਦੀ ਜ਼ਿੰਮੇਵਾਰੀ ਹੈ, ਹੈੱਡ ਗ੍ਰੰਥੀ ਦੀ ਜ਼ਿੰਮੇਵਾਰੀ ਹੈ ਵੀ ਦਰਬਾਰ ਸਾਹਿਬ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ, ਕਿਵੇਂ ਹੋ ਰਿਹਾ, ਮਰਜ਼ਾਦਾ ਬਹਾਲ ਹੈ ਕਿ ਨਹੀਂ ਬਹਾਲ ਹੈ, ਉਹਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ। ਪਰੰਤੂ ਜਿਹੜਾ ਤਰੀਕਾ ਹੈ ਉਹ ਠੀਕ ਨਹੀਂ ਸੀ ਉਹਨਾਂ ਦਾ। ਉਹ ਜਿਹੜਾ ਉੱਥੇ ਬੈਠ ਕੇ ਟੋਕਣਾ ਮੈਂ ਉਹਨੂੰ ਚੰਗਾ ਨਹੀਂ ਸਮਝਦਾ ਵੀ ਉੱਥੇ ਬੈਠ ਕੇ ਉਹ ਰਾਗੀ ਸਿੰਘ ਨੂੰ ਜਾਂ ਸ਼ਬਦ ਵਿਚਕਾਰ ਉਹ ਰੋਕ ਦੇਣਾ। ਕਹਿੰਦੇ ਇੱਕ ਵਾਰ ਗੁਰੂ ਹਰਰਾਏ ਸਾਹਿਬ ਬੈਠੇ ਸੀ, ਸੰਗਤ ਸ਼ਬਦ ਪੜ੍ਹਦੀ ਆ ਰਹੀ ਸੀ ਤੇ ਗੁਰੂ ਸਾਹਿਬ ਇੱਕਦਮ ਕਾਹਲੀ ਨਾਲ ਉੱਠੇ ਤੇ ਉਹਨਾਂ ਦਾ ਜਿਹੜਾ ਸੀ ਗੋਡਾ ਦੱਸਦਾ ਇਤਿਹਾਸ ਵੀ ਉਹ ਮੰਜੇ ਦੇ ਪਾਵੇ ਦੇ ਨਾਲ ਵੀ ਟਕਰਾਇਆ, ਤਕਲੀਫ ਵੀ ਮਹਾਰਾਜ ਨੂੰ ਹੋਈ। ਉਹ ਸਿਰਫ ਸਾਨੂੰ ਸਿਖਾਉਣ ਵਾਸਤੇ ਵੀ ਗੁਰਬਾਣੀ ਫਸਟ ਹੈ, ਅਸੀਂ ਉਦੋਂ ਪਹਿਲਾਂ ਸਾਨੂੰ ਸਿੱਖਾਂ ਨੂੰ ਗੁਰਬਾਣੀ ਦਾ ਜਿਹੜਾ ਹੈ ਸਤਿਕਾਰ ਕਰਨਾ ਚਾਹੀਦਾ। ਇਹ ਉੱਥੇ ਸਿੰਘ ਸਾਹਿਬ ਨੇ ਨਹੀਂ ਇਹ ਕਰਨਾ ਚਾਹੀਦਾ ਵੀ ਉਹ ਅੰਦਰ ਬੈਠ ਕੇ ਟੋਕਣ, ਮੈਂ ਇਹਨੂੰ ਚੰਗਾ ਨਹੀਂ ਸਮਝਦਾ ਜੀ। ਇਸ ਵੇਲੇ ਜਿਹੜਾ ਕੌਮ ਦੇ ਵਿੱਚ ਇੱਕ ਦਫਾੜ ਪੈ ਰਿਹਾ ਹੈਗਾ, ਮਿਸ਼ਨਰੀ ਟਕਸਾਲੀ ਕੁਝ ਗ੍ਰੰਥਾਂ ਨੂੰ ਲੈ ਕੇ ਕੁਝ ਮਤਲਬ ਵੰਡੀਆਂ ਜਿਹੀਆਂ ਪੈ ਰਹੀਆਂ ਨੇਗੀਆਂ। ਤੇ ਤੁਸੀਂ ਜਥੇਦਾਰ ਸਾਹਿਬ ਦੀ ਗੱਲ ਕੀਤੀ ਹੈ ਵੀ ਉਹਨਾਂ ਨੇ ਬੜਾ ਦੂਰ ਹੁੰਦੇ ਸੀ, ਕਿਉਂਕਿ ਪੜ੍ਹੇ ਲਿਖੇ ਜਥੇਦਾਰ ਮੈਨੂੰ ਲੱਗਦਾ ਵੀ ਕੌਮ ਨੂੰ ਮਿਲੇ ਨੇਗੇ। ਸੋ ਕਿਸ ਤਰ੍ਹਾਂ ਦਾ ਰੋਲ ਅਦਾ ਹੋਣਾ ਚਾਹੀਦਾ ਵੀ ਤਾਂ ਕਿ ਜਿਹੜਾ ਵਧੇ ਨਾ, ਜਿਹੜਾ ਕੌਮ ਦੇ ਵਿੱਚ ਦਫੇੜ ਪੈ ਰਹੀ ਹੈਗੀ, ਏਕਾ ਬਣਿਆ ਰਹੇ, ਕੌਮ ਨੇੜੇ ਆਵੇ, ਦੂਰ ਜਾਣ ਦੀ ਬਜਾਏ। ਹਾਲਾਂਕਿ ਦੂਰ ਜਾ ਰਹੀ ਹੈ, ਨੇੜੇ ਆਉਣ ਦੀ ਬਜਾਏ ਪਿਛਲੇ ਦਿਨਾਂ ਦੇ ਫੈਸਲਿਆਂ ਤੋਂ ਵੀ ਦੂਰ ਜਾ ਰਹੀ ਹੈ। ਵੀ ਇਹ ਨੇੜੇ ਆਉਣ ਦਾ ਕੋਈ ਸਬੱਬ ਬਣ ਸਕਦਾ? ਬਿਲਕੁਲ ਜੀ ਬਣ ਸਕਦਾ ਜੀ। ਇਹ ਤਾਂ ਨਾ ਤਾਂ ਹੀ ਹਟ ਸਕਦਾ ਜੇ ਸਾਰੀਆਂ ਧਿਰਾਂ ਹਉਮੈ ਨੂੰ ਜਿਹੜਾ ਤਿਆਗ ਕਰਨ। ਦੇਖੋ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਵੀ ਜਦੋਂ ਵੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਕਿਹਾ ਜਾਂਦਾ ਵੀ ਤੁਸੀਂ ਜਥੇਦਾਰ ਜੀ ਨਾਲ ਗੱਲ ਕਰੋ, ਜਦੋਂ ਤੁਹਾਡੀ ਪ੍ਰੈਸ ਗੱਲ ਕਰਨ ਜਾਂਦੀ ਆ ਉਹ ਹਮੇਸ਼ਾ ਇਹ ਗੱਲ ਕਹਿੰਦੇ ਨੇ ਵੀ ਜਥੇਦਾਰ ਜੀ ਮੇਰੇ ਕੋਲੇ ਚੈਨਲ ਦੇ ਉੱਤੇ ਆ ਕੇ ਬੈਠਣ ਤੇ ਮੇਰੇ ਨਾਲ ਡਿਬੇਟ ਚੈਨਲ ਦੇ ਸਾਹਮਣੇ ਕਰਨ। ਐਸਾ ਜੀ ਕਦੇ ਅੱਜ ਤੱਕ ਹੋਇਆ? ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਪ੍ਰਮੁੱਖ ਹੈ। ਅਗਰ ਅਸੀਂ ਕੌਮ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਨਹੀਂ ਢਾਹ ਲੱਗ ਰਹੀ ਇਸ ਵੇਲੇ, ਇਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਨੂੰ ਢਾਹ ਲੱਗ ਰਹੀ ਹੈ। ਅਗਰ ਅਕਾਲ ਤਖਤ ਸਾਹਿਬ ਦਾ ਸੰਧੂ ਸਾਹਿਬ ਕੁੰਡਾ ਨਾ ਹੋਵੇ ਤਾਂ ਘਰ ਘਰ ਦੇ ਵਿੱਚ ਸਿੱਖੀ ਗੁਰੂ ਬਣ ਕੇ ਬੈਠ ਜਾਣਗੇ। ਸਾਨੂੰ ਬਾਹਰਲਿਆਂ ਤੋਂ ਖਤਰਾ ਨਹੀਂ, ਸਾਨੂੰ ਆਪਦਿਆਂ ਤੋਂ ਖਤਰਾ ਪੈਦਾ ਹੋ ਜਾਵੇਗਾ। ਮੈਂ ਤੇ ਸਮਝਦਾ ਵੀ ਜੇ ਤੁਸੀਂ ਇਹ ਜਿਹੜੇ ਵਾਦ ਵਿਵਾਦ ਵਾਲੇ ਸੱਜਣ ਨੇ ਇਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਉਣ, ਜ਼ਿੰਮੇਵਾਰੀ ਲੈਂਦੇ ਹਾਂ, ਅਸੀਂ ਜ਼ਿੰਮੇਵਾਰੀ ਲੈਂਦੇ ਹਾਂ ਵੀ ਉਹਨਾਂ ਨੂੰ ਕੋਈ ਉਹਨਾਂ ਦੀ ਹਵਾ ਵੱਲ ਨਹੀਂ ਝਾਕ ਸਕਦਾ। ਉਹ ਬੈਠ ਕੇ ਉੱਥੇ ਗੱਲ ਕਰਨ, ਆਪਣੀ ਗੱਲ ਨੂੰ ਸਪਸ਼ਟ ਕਰਨ। ਕੋਈ ਹਰ ਇੱਕ ਮਨੁੱਖ ਦੀ ਹਰ ਗੱਲ ਠੀਕ ਥੋੜ੍ਹਾ ਹੋ ਸਕਦੀ ਆ। ਜੇ ਕਿਤੇ ਕਮੀ ਪੇਸ਼ੀ ਹੈ ਜੋ ਗੁਰਬਾਣੀ ਦੇ ਲੋਹ ਦੇ ਮੁਤਾਬਕ ਇਤਿਹਾਸ ਦੇ ਵਿੱਚ ਨਹੀਂ ਠੀਕ, ਉਹਨੂੰ ਬੈਠ ਕੇ ਵਿਚਾਰਿਆ ਜਾ ਸਕਦਾ। ਕਦੇ ਵੀ ਭਾਈ ਸੰਤੋਖ ਸਿੰਘ ਨੇ ਇਹ ਗੱਲ ਨਹੀਂ ਕਹੀ ਵੀ ਜੋ ਮੈਂ ਲਿਖ ਦਿੱਤਾ ਇਹ ਠੀਕ ਹੈ, ਕਦੀ ਵੀ ਨਹੀਂ ਉਹਨਾਂ ਨੇ ਲਿਖੀ ਗੱਲ, ਨਾ ਹੀ ਕੌਮ ਨੇ ਕੀਤਾ। ਇਹ ਜੀ ਜਿਹੜੇ ਵਿਵਾਦਿਤ ਮਸਲੇ ਨੇ ਇਹ ਸੰਧੂ ਸਾਹਿਬ ਬਹੁਤ ਪੁਰਾਣੇ ਚੱਲਦੇ ਆ ਰਹੇ ਨੇ। ਮੈਂ ਜ਼ਰੂਰ ਇਹ ਬੇਨਤੀ ਕਰਦਾ ਮੇਰੀ ਕੌਮ ਦੇ ਰਹਿਬਰਾਂ ਨੂੰ ਵੀ ਅਸੀਂ ਇਹਨਾਂ ਦਾ ਜ਼ਰੂਰ ਕੋਈ ਹੱਲ ਹੋਣਾ ਚਾਹੀਦਾ। ਜਾਂ ਇਤਿਹਾਸ ਦੇ ਵਿੱਚ ਐਸੀਆਂ ਰਲਗੱਡ ਗੱਲਾਂ ਪਿੱਛੇ ਐਸਾ ਇਤਿਹਾਸ ਵੀ ਆਇਆ ਬਈ ਗੁਰੂ ਸਾਹਿਬ ਦੇ ਬਾਰੇ ਬੜਾ ਜਿਹੜੀ ਕਿਤਾਬਾਂ ਸੀ +2 ਦੀਆਂ ਉਦੋਂ ਰੌਲਾ ਪਾਉਂਦਾ ਰਿਹਾ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਧਰਨੇ ਮਾਰੇ, ਸਾਡੇ ਪ੍ਰਧਾਨ ਸਾਹਿਬ ਨੇ ਵੀ ਮਾਰੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਵੀ ਮਾਰੇ ਵੀ ਜਿਨ੍ਹਾਂ ਦੇ ਜਿਹੜਾ +2 ਦਾ ਇਤਿਹਾਸ ਸੀ ਉਹਦੇ ਵਿੱਚ ਗੌਰਮੈਂਟ ਵੱਲੋਂ ਬਹੁਤ ਜ਼ਿਆਦਾ ਗੁਰੂ ਸਾਹਿਬਾਨ ਵਾਸਤੇ ਮਾੜਾ ਚੰਗਾ ਬੋਲਿਆ ਗਿਆ ਸੀ। ਹਾਂ ਮੈਂ ਤੇ ਇਸ ਗੱਲ ਨੂੰ ਸਮਝਦਾ ਵੀ ਇਹ ਨਹੀਂ ਹੋਣਾ ਚਾਹੀਦਾ। ਕੁੰਡਾ ਤੇ ਜੀ ਕੌਮ ਦੇ ਉੱਤੇ ਚਾਹੀਦਾ। ਅੱਜ ਜਿਹੜੇ ਕੁਛ ਐਸੇ ਲੋਕ ਨੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਲਾਈ ਜਾ ਰਹੀ ਹੈ। ਅਗਰ ਕੌਮ ਦੇ ਉੱਤੇ ਕੋਈ ਕੁੰਡਾ ਹੀ ਨਾ ਰਿਹਾ ਜੀ ਫਿਰ ਕੀ ਕਰੂਗੀ ਕੌਮ ਜੀ। ਮੈਂ ਤੇ ਇਹਨੂੰ ਢੱਡੀਆਂ ਭਾਈ ਰਣਜੀਤ ਸਿੰਘ ਨੂੰ ਵੀ ਜ਼ਰੂਰ ਕਹੂੰਗਾ ਵੀ ਇਹਨੂੰ ਪੇਸ਼ ਹੋਣਾ ਚਾਹੀਦਾ। ਇਹ ਪੇਸ਼ ਹੋ ਕੇ ਆਪਣੀ ਗੱਲ ਉੱਥੇ ਸਪਸ਼ਟ ਕਰੇ। ਅਗਰ ਉੱਥੋਂ ਇਹਨੂੰ ਇਨਸਾਫ ਨਾ ਮਿਲੇ ਤਾਂ ਫਿਰ ਇਹ ਜ਼ਰੂਰ ਆ ਕੇ ਲੋਕਾਂ ਨੂੰ ਦੱਸੇ। ਇਹ ਗੱਲ ਥੋੜ੍ਹਾ ਹੁੰਦੀ ਹੈ ਵੀ ਉੱਥੇ ਬੈਠ ਕੇ ਇਹ ਗੱਲਾਂ ਕਹੀ ਜਾਣੀਆਂ। ਵੈਸੇ ਮੈਂ ਗੱਲ ਚਾਹੁੰਦਾ ਨਹੀਂ ਸੀ ਕਰਨੀ, ਪਰ ਮੈਂ ਜ਼ਰੂਰ ਤੁਹਾਡੇ ਕਰਕੇ ਇਸ ਕਰੂੰਗਾ। 2013 ਦੇ ਵਿੱਚ ਇਹਨਾਂ ਦਾ ਸੰਤ ਰਣਜੀਤ ਸਿੰਘ ਢੱਡਰੀਆਂ ਦਾ ਗੁਰਦੁਆਰਾ ਸਾਹਿਬਾਨ ਹੈ, ਇਹਦੇ ਪਿੰਡ ਆਪਣੇ ਗੁਰਦੁਆਰਾ ਅਤਰਸਰ ਸਾਹਿਬ, ਉੱਥੇ 2 ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਪੋਥੀਆਂ ਜਿਹੜੀਆਂ ਸੀ ਉਹ ਅਗਨ ਭੇਟ ਹੋ ਗਈਆਂ। ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਜੀ ਆਨੰਦਗੜ੍ਹ ਸਾਹਿਬ ਇੱਥੇ ਦਮਦਮਾ ਸਾਹਿਬ ਉਦੋਂ ਸੇਵਾ ਕਰ ਰਹੇ ਸੀ।
ਭਾਈ ਦਿਲਬਾਗ ਸਿੰਘ ਜੀ ਪੰਜ ਪਿਆਰਿਆਂ ਦੇ ਮੁਖੀ ਸਿੰਘ ਸੀ। ਮੈਂ ਉਹਨਾਂ ਨੂੰ ਦੱਸੀ ਗੱਲ ਵੀ ਇਸ ਤਰ੍ਹਾਂ ਕਰਕੇ ਉੱਥੇ ਇਹ ਗੱਲ ਹੋ ਗਈ। ਮੈਨੂੰ ਸਿੰਘ ਸਾਹਿਬ ਕਹਿਣ ਲੱਗੇ ਵੀ ਤੁਸੀਂ ਉੱਥੇ ਜਾਓ। ਅਸੀਂ ਪੰਜ ਪਿਆਰਿਆਂ ਨੂੰ ਲੈ ਕੇ ਭਾਈ ਰਣਜੀਤ ਸਿੰਘ ਢੱਡੀਆਂ ਵਾਲਿਆਂ ਨੂੰ ਮਿਲੇ ਤੇ ਅਸੀਂ ਉਹਨਾਂ ਨੇ ਇਹ ਗੱਲ ਮੈਨੂੰ ਅੱਜ ਲਿਖਤੀ, ਉਹਨਾਂ ਦੀ ਸਾਡੇ ਕੋਲੇ ਤਖਤ ਸਾਹਿਬ ਦੇ ਉੱਤੇ ਜਿਹੜਾ ਹੈ ਸਾਰਾ ਰਿਕਾਰਡ ਪਿਆ। ਉਹਨਾਂ ਨੇ ਉਸ ਗੱਲ ਦੀ ਮਹਿਸੂਸ ਕੀਤਾ ਵੀ ਇਹ ਮੇਰੇ ਪ੍ਰਬੰਧ ਦੇ ਵਿੱਚ ਗਲਤ ਹੋਇਆ ਤੇ ਉਹਨਾਂ ਨੇ ਜਾ ਕੇ ਉਹ ਸਜ਼ਾ ਵੀ ਜੋ ਉੱਥੇ ਪੰਜ ਪਿਆਰਿਆਂ ਨੇ ਉਹਨਾਂ ਨੂੰ ਸੇਵਾ ਲਈ ਉਹਨਾਂ ਨੇ ਪ੍ਰਵਾਨ ਕੀਤੀ ਤੇ ਉਹ ਜਿਹੜਾ ਵਾਦ ਵਿਵਾਦ ਸੀ ਖਤਮ ਹੋ ਗਿਆ। ਮੈਂ ਅੱਜ ਤੱਕ ਵੀ ਕਦੇ ਵਿਵਾਦਤ ਗੱਲ ਨੂੰ ਕਦੇ ਵੀ ਨਸ਼ਰ ਨਹੀਂ ਕੀਤਾ। ਅੱਜ ਵੀ ਮੈਂ ਤਾਂ ਇਹ ਗੱਲ ਕੀਤੀ ਆ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੋਂ ਐਸਾ ਨਹੀਂ ਹੁੰਦਾ ਵੀ ਕੋਈ ਲੋਕਾਂ ਨੂੰ ਉੱਥੇ ਸਿੱਖਾਂ ਨੂੰ ਜਿੱਚ ਕਰਨ ਵਾਸਤੇ ਉੱਥੇ ਪ੍ਰਬੰਧਕ ਜਾਂ ਜਥੇਦਾਰ ਬੈਠੇ ਨੇ, ਉੱਥੋਂ ਉਹਨਾਂ ਨੂੰ ਇਨਸਾਫ ਮਿਲੂਗਾ। ਉਹਨਾਂ ਨੂੰ ਜ਼ਰੂਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਦੋਹਰੇ ਮਾਪਦੰਡ ਤਾਂ ਇੱਥੇ ਆ ਨਾ, ਜੇ ਉਹਨਾਂ ਦੀਆਂ ਦੋ ਬੀੜਾਂ ਉੱਥੇ ਅਗਨ ਭੇਟ ਹੋ ਗਈਆਂ, ਉਹਨਾਂ ਨੇ ਮੰਨਿਆ ਵੀ ਮੇਰੇ ਪ੍ਰਬੰਧਾਂ 'ਚ ਖਾਮੀ ਹੈਗੀ, ਤੇ ਇੱਥੇ ਜਿਹੜਾ ਹੁਣ ਸਾਡਾ ਰੌਲਾ ਪੈ ਰਿਹਾ 328 ਸਰੂਪਾਂ ਦਾ, ਕਿੰਨੇ ਅਗਨ ਭੇਟ ਹੋਏ, ਕਿੰਨੇ ਕਿੱਥੇ ਗਏ, ਉਹਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਉਹ ਇਹ ਦੋਹਰੇ ਮਾਪਦੰਡ ਨਹੀਂ ਹੈ। ਇਹ ਦੋਹਰੇ ਮਾਪਦੰਡ ਜ਼ਿੰਮੇਵਾਰੀ ਜੇ ਐਸਾ ਹੋਵੇ ਤਾਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਜ਼ਾ ਦਿੱਤੀ ਹੈ ਜੀ। ਉਹਨਾਂ ਨੂੰ ਕਿੰਨੇ ਬੰਦਿਆਂ ਦਾ ਨੁਕਸਾਨ ਹੋਇਆ ਜੀ। ਅੱਜ ਮੁਲਾਜ਼ਮ ਤੋਂ ਨੌਕਰੀ ਖੁੱਸ ਜਾਣੀ, ਜਿਹੜੇ ਸੈਕਟਰੀ ਵੱਡੀਆਂ ਪੋਸਟਾਂ ਦੇ ਬੈਠੇ ਸੀ ਅੱਜ ਵਿਹਲੇ ਕਰਕੇ ਘਰੇ ਤੋਰ ਦਿੱਤੇ ਆ। ਦੋਹਰਾ ਮਾਪਦੰਡ ਤਾਂ ਹੈ ਹੀ ਨਹੀਂ ਜੀ। ਇਹਦਾ ਸਿੰਗਲ, ਮੈਂ ਕਹਿੰਦਾ ਵੀ ਇਹ ਇੱਕ ਵਾਰ ਪੇਸ਼ ਤਾਂ ਹੋਣ ਨਾ, ਇਹ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਆਉਣ। ਅਗਰ ਇਹਨਾਂ ਨੂੰ ਦੋਹਰਾ ਮਾਪਦੰਡ ਲੱਗੂ ਆ ਕੇ ਨਸ਼ਰ ਕਰ ਦੇਣ ਬਾਹਰ ਆ ਕੇ, ਇਹ ਨਹੀਂ ਨਾ ਗੱਲ ਹੈ ਵੀ ਮੈਂ ਤਾਂ ਪੇਸ਼ ਹੀ ਨਹੀਂ ਹੋਣਾ, ਮੈਂ ਤਾਂ ਕਿਸੇ ਦੀ ਗੱਲ ਨਹੀਂ। ਮੈਂ ਕਹਿੰਦਾ ਵੀ ਕਮੇਟੀ ਦੀ ਗੱਲ ਨਾ ਸੁਣਨ, ਉੱਥੇ ਜਾ ਕੇ ਪੇਸ਼ ਹੋਣ। ਕੌਣ ਅਕਾਲ ਤਖਤ ਸਾਹਿਬ ਦਾ ਜਥੇਦਾਰ ਯਾਰ, ਕੀ ਹਾਸੋਹੀਣੀਆਂ ਗੱਲਾਂ ਕਰੀ ਜਾਂਦੇ ਨੇ ਵੀ ਉਹ ਡਿਬੇਟ ਕਰਨ ਜੀ, ਆ ਕੇ ਚੈਨਲ ਦੇ ਉੱਤੇ ਬੈਠਣ ਜੀ। ਇਹਨਾਂ ਗੱਲਾਂ ਦਾ ਕੀ ਇਹੋ ਜੀ, ਕੀ ਕੌਮ ਦੇ ਕੋਲੇ ਕੀ ਰਹਿ ਜਾਊਗਾ ਫਿਰ ਜੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਥੋੜ੍ਹੋ ਜੀ ਚੈਨਲਾਂ ਦੇ ਉੱਤੇ ਤੁਰੇ ਫਿਰਦੇ ਆ। ਮੈਂ ਤੇ ਜ਼ਰੂਰ ਇਹਨੂੰ ਭਾਈ ਰਣਜੀਤ ਸਿੰਘ ਨੂੰ ਜ਼ਰੂਰ ਇਹ ਅਪੀਲ ਕਰਦਾ ਵੀ ਉਹਨਾਂ ਨੂੰ ਇਹ ਜਿੱਦ ਛੱਡ ਕੇ ਉੱਥੇ ਜ਼ਰੂਰ ਜਾਣਾ ਚਾਹੀਦਾ, ਆਪਣਾ ਪੱਖ ਰੱਖਣ। ਅਗਰ ਉਹਨਾਂ ਨੂੰ ਨਹੀਂ ਚੰਗਾ ਲੱਗੂਗਾ ਤਾਂ ਆ ਕੇ ਦੱਸ ਦੇਣ ਵੀ ਮੈਨੂੰ ਉਹ ਜਿਹੜਾ ਉਹਨਾਂ ਦਾ ਉੱਥੇ ਠੀਕ ਨਹੀਂ ਲੱਗਿਆ। ਜੀ ਅਖੀਰ ਦੇ ਵਿੱਚ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੈ, ਕੀ ਉਹ ਆਪਣੀ ਡਿਊਟੀ ਸਹੀ ਨਿਭਾ ਰਹੇ ਨੇ, ਆਪਣੇ ਫਰਜ਼ਾਂ ਨੂੰ ਸਹੀ ਨਿਭਾ ਰਹੇ ਨੇ? ਤੁਹਾਡਾ ਕੀ ਮੰਨਣਾ ਹੈਗਾ? ਦੇਖੋ ਜੀ, ਮੈਂ ਤੇ ਇਹ ਸਮਝਦਾ ਵੀ ਆਪਣੀ ਗੱਲ ਕਰਨ ਦੀ ਬਜਾਏ ਸਮੁੱਚੇ ਮਤਲਬ ਹਾਊਸ ਦੀ ਗੱਲ ਕਰਦਾ ਮੈਂ। ਸਮੁੱਚਾ ਹਾਊਸ ਜੀ ਠੀਕ, ਮੈਨੂੰ ਤਾਂ ਜਿੱਥੇ ਤੱਕ ਮੈਂ ਨੋਟ ਕੀਤਾ ਸੰਧੂ ਸਾਹਿਬ ਉਹ ਠੀਕ ਨਿਭਾ ਰਿਹਾ। ਜੇ ਕੋਈ ਨਹੀਂ ਸੱਜਣ ਨਿਭਾ ਰਿਹਾ ਹੋਊਗਾ ਤੇ ਜੋ ਆਪਦਾ ਜ਼ਿੰਮੇਵਾਰ ਹੋਊਗਾ। ਮੈਂ ਤੇ ਦੇਖੋ ਆਪਣੀ ਗੱਲ ਹੀ ਬੰਦਾ ਮਨੁੱਖ ਕਰ ਸਕਦਾ ਗਾ। ਮੈਂ ਤੇ ਹਲਕਾ ਭਦੌੜ ਦੇ ਵਿੱਚ ਤੁਹਾਡਾ ਮੇਰੇ ਨਾਲ ਬਾਹ ਹੈ, ਤੁਸੀਂ ਵੀ ਮੈਨੂੰ ਪੁਰਾਣਾ ਜਾਣਦੇ ਹੋ। ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਬਈ ਮੈਂ ਆਪਣੀ ਜੋ ਬਣਦੀ ਡਿਊਟੀ ਉਹ ਕਰਾਂ। ਮੈਂ ਬਹੁਤ ਵਾਰ ਇਹ ਗੱਲ ਕਹੀ ਹੈ ਵੀ ਮੈਨੂੰ ਕਦੇ ਕਿਸੇ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਗੱਲ ਕਦੀ ਵੀ ਨਹੀਂ ਕਹੀ। ਜਦੋਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਸਾਨੂੰ ਉਹ ਗੱਲ ਬੁਲਾ ਕੇ ਮੈਂਬਰਾਂ ਨੂੰ ਜਦੋਂ ਵੀ ਕਦੇ ਮੀਟਿੰਗ ਹੁੰਦੀ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਤੁਸੀਂ ਤੁਹਾਡੀ ਡਿਊਟੀ ਧਾਰਮਿਕ ਹੈ, ਤੁਸੀਂ ਧਾਰਮਿਕ ਡਿਊਟੀ ਕਰੋ। ਇਹ ਵੱਖਰੀ ਗੱਲ ਹੈ, ਕੋਈ ਸੱਜਣ ਮੇਰੇ ਵਰਗਾ ਨਹੀਂ ਕਰਨ ਨੂੰ ਤਿਆਰ ਤਾਂ ਉਹ ਵੱਖਰੀ ਗੱਲ ਹੈ। ਨਹੀਂ ਤੇ ਸਾਨੂੰ ਕਦੇ ਵੀ ਅਕਾਲੀ ਦਲ ਵੱਲੋਂ, ਅਕਾਲੀ ਦਲ ਦੇ ਪ੍ਰਧਾਨ ਵੱਲੋਂ ਜਾਂ ਅੱਜ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਕਦੀ ਵੀ ਇਹ ਗੱਲ ਨਹੀਂ ਕਹੀ ਗਈ ਵੀ ਤੁਸੀਂ ਰਾਜਨੀਤੀ ਕਰੋ। ਸਾਡੀ ਤਾਂ ਡਿਊਟੀ ਉਹ ਹਮੇਸ਼ਾ ਲਾਉਂਦੇ ਆ ਵੀ ਤੁਸੀਂ SGPC ਵਾਲੇ ਜੋ ਤੁਹਾਡਾ ਧਾਰਮਿਕ ਕੰਮ ਆ ਉਹੀ ਕਰੋ। ਕਦੇ ਵੀ ਨਹੀਂ ਬਹੁਤ ਸਾਰੀਆਂ ਗੱਲਾਂ ਜਿਹੀਆਂ ਆਈਆਂ ਪਿਛਲੇ ਸਮੇਂ ਦੌਰਾਨ ਜਿੱਥੇ ਲੱਗਦਾ ਵੀ ਸ਼੍ਰੋਮਣੀ ਕਮੇਟੀ ਮੈਂਬਰ ਉਸ ਲਈ ਜਵਾਬਦੇਹ ਨਹੀਂ ਹੈਗੇ, ਕਿਉਂਕਿ ਜਦੋਂ ਬਰਗਾੜੀ ਵਾਲਾ ਕਾਂਡ ਵਾਪਰਦਾ ਹੈਗਾ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਕੋਈ ਜਿਹੜਾ ਰੋਲ ਆ ਉਹ ਨਕਾਰਾਤਮਕ ਰਿਹਾ ਇੱਕ ਤਰ੍ਹਾਂ ਨਾਲ। ਕੋਈ ਉਸ ਤਰ੍ਹਾਂ ਦਾ ਜਦੋਂ ਸਾਰਾ ਪੰਜਾਬ ਸੜਕਾਂ 'ਤੇ ਬੈਠਾ ਸੀਗਾ ਉਦੋਂ ਸ਼੍ਰੋਮਣੀ ਕਮੇਟੀ ਉਸ ਤਰ੍ਹਾਂ ਦਾ ਰੋਲ ਹੈ ਜਿਹੜਾ ਮੈਂਬਰਾਂ ਵੱਲੋਂ ਨਹੀਂ ਅਦਾ ਕੀਤਾ ਗਿਆ। ਉਸ ਤੋਂ ਉਪਰੰਤ ਵੀ ਸੌਦਾ ਸਾਧ ਨੂੰ ਮਾਫੀ ਦਿੱਤੀ ਜਾਂਦੀ ਹੈਗੀ, ਉਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਜਿਹੜਾ ਰੋਲ ਹੈ ਉਸ ਤਰ੍ਹਾਂ ਦਾ ਨਹੀਂ ਰਿਹਾ। ਹਾਲਾਂਕਿ ਉਹ ਮਾਫੀ ਜੇ ਕੌਮ ਨੇ ਉਹ ਰਿਜੈਕਟ ਕੀਤਾ ਤਾਂ ਮਾਫੀ ਵਾਪਸ ਲੈਣੀ ਪਈ। ਹਾਲਾਂਕਿ ਉਦੋਂ 90 ਲੱਖ ਰੁਪਏ ਦੇ ਕਰੀਬ ਇਸ਼ਤਿਹਾਰ ਦਿੱਤੇ ਗਏ ਉਸ ਨੂੰ। ਅਤੇ ਉਹ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੋਲਦੇ ਕਿਉਂ ਨਹੀਂ ਹੈਗੇ ਜਦੋਂ ਕੁਝ ਇਸ ਤਰ੍ਹਾਂ ਦਾ ਹੋ ਜਾਂਦਾ? ਜਦੋਂ ਬਾਅਦ 'ਚ ਫਿਰ ਠੀਕ ਹੈ ਵੀ ਹਾਂ ਜੀ ਜਦੋਂ ਕੌਮ ਕੋਈ ਫੈਸਲਾ ਲੈ ਲੈਂਦੀ ਆ। ਹੁਣ ਪਿਛਲੇ ਸਮੇਂ ਦੌਰਾਨ ਜੇ ਉਹ ਸੌਦਾ ਸਾਧ ਵਾਲੀ ਗੱਲ ਵੀ ਕਰਦੇ ਆ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਤਾਂ ਨਹੀਂ ਕਰਾਇਆ, ਉਹ ਤਾਂ ਸਮੁੱਚੇ ਪੰਥ ਨੇ ਕਰਾਇਆ। ਪੰਥ ਜਦੋਂ ਉੱਠ ਖੜਿਆ ਤਾਂ ਉਹ ਫੈਸਲਾ ਵਾਪਸ ਲੈਣਾ ਪਿਆ। ਸੋ ਜੇ ਬਹੁਤ ਸਾਰੇ ਮਾਮਲੇ ਆਏ ਨੇ ਪਿਛਲੇ ਸਮੇਂ ਦੌਰਾਨ ਵੀ ਜਿੱਥੇ ਕਿੰਤੂ ਪਰੰਤੂ ਜਾਂ ਉਂਗਲ ਜ਼ਰੂਰ ਉੱਠੀ ਆਈ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਫਿਰ ਉੱਥੇ ਤੁਸੀਂ ਕਹੋਗੇ ਵੀ ਤੂੰ ਆਪਣੀ ਗੱਲ ਕਰਨ ਲੱਗ ਜਾਂਦਾ। ਸਾਰਿਆਂ ਦੀ 170 ਦੀ ਤਾਂ ਨਹੀਂ ਮੈਂ ਗੱਲ ਜਗਸੀਰ ਸਿੰਘ ਕਰਦਾ। 3 ਵਾਰ ਹਲਕਾ ਭਦੌੜ ਦੇ ਵਿੱਚ ਇਹ ਜਿਹੜਾ ਹੈ ਟਕਰਾਅ ਹੋਇਆ ਸਾਡਾ ਜੀ ਇਹਨਾਂ ਨਾਲ ਸੌਦਾ ਸਾਧਨਾ ਤੇ ਸਿੱਖ ਕੌਮ ਦਾ। ਮੈਂ ਉਹਦੇ 'ਚ ਮੂਹਰਲਾ ਰੋਲ ਅਦਾ ਕੀਤਾ ਤੇ ਮੈਂ ਆਪਦੇ ਵੱਲੋਂ ਵਿਸ਼ਵਾਸ ਦਿਵਾਉਣਾ ਜੀ ਵੀ ਮੈਂ ਇਹ ਕੋਸ਼ਿਸ਼ ਹੁੰਦੀ ਆ ਵੀ ਪੰਥ ਦੀ ਗੱਲ ਕਰਦਾ ਤੇ ਕਰਦਾ ਰਹੂੰਗਾ। ਇੱਕ ਗੱਲ ਮੈਂ ਇਹ ਵੀ ਬੇਨਤੀ ਕਰਦਾ, ਇਹ ਸ਼੍ਰੋਮਣੀ ਅਕਾਲੀ ਦਲ ਹੀ ਹੈ
ਜਿਹਦੇ ਰਾਹੀਂ ਅਸੀਂ ਮੈਂਬਰ ਬਣ ਕੇ ਸੇਵਾ ਕਰ ਸਕਦੇ ਹਾਂ। ਕਿ ਅਸੀਂ ਕਾਂਗਰਸ ਦੇ ਯਾਰ ਹੱਥ ਟੋਕੇ ਬਣ ਕੇ ਸੇਵਾ ਕਰਾਂਗੇ ਜਾਂ ਅੱਜ ਜਿਹੜੇ 20-25 ਧਿਰਾਂ ਤੁਰੀਆਂ ਫਿਰਦੀਆਂ ਨੇ ਇਹਨਾਂ ਕਰਕੇ ਹੱਥ ਟੋਕੇ ਬਣਾਂਗੇ। ਮੈਂ ਸਾਡੇ ਮੈਂਬਰ ਸਾਹਿਬਾਨ ਨੂੰ ਜ਼ਰੂਰ ਬੇਨਤੀ ਕਰਦਾ ਕਿ ਜੋ ਯਾਰ ਆਪਣੀ ਡਿਊਟੀ ਆਪਾਂ ਉਹ ਕਰੀਏ। ਇਹ ਤਾਂ ਨਹੀਂ 100 ਸਾਲ ਦਾ ਹੋ ਗਿਆ ਜੀ, ਜਦੋਂ ਪ੍ਰਕਾਸ਼ ਸਿੰਘ ਬਾਦਲ ਨਹੀਂ ਸੀਗਾ ਉਦੋਂ ਵੀ ਤੇ ਮਤਲਬ ਮੈਂਬਰ ਬਣਦੇ ਆਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਦੋਂ ਵੀ ਆਈ ਆ ਜਦੋਂ ਬਾਦਲ ਪਰਿਵਾਰ ਨਹੀਂ ਸੀਗਾ। ਬਿਲਕੁਲ ਜੀ। ਕੀ ਹੁਣ ਤੁਸੀਂ ਇਹ ਮੰਨਦੇ ਹੋ ਵੀ ਇਕੱਲਾ ਬਾਦਲ ਪਰਿਵਾਰ ਦੇ ਨਾਲ ਹੀ ਚੱਲਦੇ ਆ ਸਾਰਾ ਕੁਝ? ਨਹੀਂ ਜੀ, ਨਹੀਂ। ਕਦ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਉਹਨਾਂ ਤੇ ਜੋ ਦੋਸ਼ ਲੱਗਦਾ ਨਾ, ਲੋਕ ਇਹ ਗੱਲ ਕਹਿੰਦੇ ਨੇ ਵੀ ਜੀ ਬਾਦਲ ਪਰਿਵਾਰ ਐਂ ਕਰਦਾ, ਬਾਦਲ ਪਰਿਵਾਰ ਐਂ ਕਰਦਾ। ਮੈਂ ਤਾਂ 12 ਸਾਲ ਦੇ ਤਜਰਬੇ 'ਚ ਇਹ ਗੱਲ ਤੁਸੀਂ ਤਾਂ ਹੁਣ ਆਹੀ ਕਹਿ ਰਹੇ ਹੋ ਵੀ ਜਿਹੜੇ 20-25 ਹੋਰ ਤੁਰੇ ਫਿਰਦੇ ਨੇ ਉਹਨਾਂ ਦੇ ਪੱਲੇ ਕੁਝ ਨਹੀਂ ਹੈਗਾ, ਸਿਰਫ ਬਾਦਲ ਸਾਹਿਬ ਦੇ ਪੱਲੇ ਹੀ ਆ। ਮਤਲਬ ਬਾਦਲ ਪਰਿਵਾਰ ਹੀ ਚਲਾ ਸਕਦਾ। ਜਾਨੀ ਜਿਨ੍ਹਾਂ ਨੂੰ 150-160 ਦੇ ਕਰੀਬ ਜਿਨ੍ਹਾਂ ਦੇ ਮੈਂਬਰ ਜਿਤਾ ਕੇ ਤੋਰਿਆ ਜੀ, ਫਿਰ ਉਹਨਾਂ ਨੂੰ ਇਹਨੂੰ ਤੁਸੀਂ ਘਟਾਓਗੇ। ਉਹ ਅਕਾਲੀ ਦਲ ਦੇ ਜਾਂ ਬਾਦਲ ਪਰਿਵਾਰ ਦੇ ਨੇ? ਨਹੀਂ ਜੀ, ਉਹ ਤਾਂ ਨਾਂ ਲੱਗ ਜਾਂਦਾ ਅਕਾਲੀ ਦਲ ਹੈ ਜੀ। ਬਾਦਲ ਸਾਹਿਬ ਇਹ ਤਾਂ ਅਸੀਂ ਕਹਿੰਦੇ ਹਾਂ ਮਾਨਤਾਨ ਕਰਕੇ ਹੈ ਤਾਂ ਅਕਾਲੀ ਦਲ ਜੀ। ਸਾਡੇ ਪ੍ਰਧਾਨ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨੇ ਜੀ। ਅਸੀਂ ਤਾਂ ਫਿਰ ਉਹਨਾਂ ਦੀ ਗੱਲ ਸੰਧੂ ਸਾਹਿਬ ਕਰਾਂਗੇ ਨਾ, ਅਸੀਂ ਹੋਰਾਂ ਦੀ ਥੋੜ੍ਹੋ ਗੱਲ ਕਰਾਂਗੇ, ਅਸੀਂ ਤਾਂ ਆਪਦੇ ਪ੍ਰਧਾਨ ਦੀ ਗੱਲ ਹੀ ਕਰਾਂਗੇ। ਸੋ ਮੈਂ ਤੇ ਬੇਨਤੀ ਕਰਦਾ ਜੀ ਸਾਡੇ ਮੈਂਬਰ ਸਾਹਿਬਾਨ ਨੂੰ ਵੀ ਆਪਣਾ ਹੰਭਲਾ ਮਾਰੀਏ, ਆਪਾਂ ਜੋ ਆਪਣੀ ਜ਼ਿੰਮੇਵਾਰੀ ਹੈ ਉਹਨੂੰ ਆਪਾਂ ਪੂਰਨ ਤੌਰ ਦੇ ਉੱਤੇ ਪੂਰਾ ਕਰੀਏ, ਧਰਮ ਪ੍ਰਚਾਰ ਕਰੀਏ ਜੋ ਸਾਡੀ ਜ਼ਿੰਮੇਵਾਰੀ ਹੈ। ਜਿਵੇਂ ਤੁਸੀਂ ਸ਼ੁਰੂ 'ਚ ਕਿਹਾ ਸੀ ਵੀ ਕਮਰੇ ਦਿਵਾਉਣੇ ਵੀ ਇਕੱਲੀ ਸਾਡੀ ਜ਼ਿੰਮੇਵਾਰੀ ਨਹੀਂ ਹੈ, ਸਾਡੀ ਜ਼ਿੰਮੇਵਾਰੀ ਧਰਮ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਹੈ। ਮੈਂ ਕੋਸ਼ਿਸ਼ ਫਿਰ ਉੱਤੇ ਕਹੂੰਗਾ, ਤੁਸੀਂ ਵੀ ਆਪਦੀ ਗੱਲ ਕਰਦਾ ਵੀ ਮੈਂ ਤਾਂ ਕੋਸ਼ਿਸ਼ ਕਰਦਾ ਹੁੰਦਾ ਵੀ ਜੋ ਰਵਾਇਤਾਂ ਨੇ, ਪੰਥਕ ਰਵਾਇਤਾਂ, ਉਹਦੇ ਮੁਤਾਬਕ ਗੱਲ ਕੀਤੀ ਜਾਵੇ। ਤੇ ਮੇਰੀ ਕੋਸ਼ਿਸ਼ ਹਮੇਸ਼ਾ ਇਹੀ ਰਹੂ ਕਿ ਜੋ ਮਰਜ਼ਾਦਾ ਹੈ ਉਹਦੇ ਮੁਤਾਬਕ ਬੰਦੇ ਬਦਲਣ ਦੀ ਲੋੜ ਹੈ, ਸਿਸਟਮ ਬਦਲਣ ਦੀ ਲੋੜ ਹੈ? ਬੰਦੇ ਨਹੀਂ ਜੀ ਬਦਲ ਕੇ ਲੋਟ ਆਉਂਦੀ ਹੁੰਦੀ ਗੱਲ। ਅੱਗੇ ਜੇ ਕਹੇ ਵੀ ਤੁਸੀਂ ਬੰਦੇ ਤਾਂ ਬੰਦੇ ਹੀ ਹੁੰਦੇ ਨੇ, ਸਿਸਟਮ ਦੇ ਵਿੱਚ ਜਿੱਥੋਂ ਕਿਤੇ ਉਹ ਹੋਵੇ ਉਹਨੂੰ ਸਿਸਟਮ ਨੂੰ ਧਿਆਨ ਦੇ ਕੇ ਬਦਲਣਾ ਚਾਹੀਦਾ। ਬੰਦੇ ਬਦਲਣਾ ਤਾਂ ਸੰਧੂ ਸਾਹਿਬ ਕਦੇ ਵੀ ਹੱਲ ਨਹੀਂ ਹੋਇਆ। ਮੈਨੂੰ ਤੁਸੀਂ ਬਦਲ ਦਿਓ ਕਿ ਹੋਰ ਸੱਜਣ ਆ ਜਾਵੇਗਾ, ਫਿਰ ਇਹ ਤਾਂ ਗਲਤ ਸਿਸਟਮ ਤਾਂ ਉੱਤੇ ਸਿਸਟਮ ਠੀਕ ਕਰਨ ਦੀ ਜ਼ਰੂਰਤ ਹੈ। ਸਿਸਟਮ ਠੀਕ ਹੋਵੇ ਔਰ ਇਸ ਵੇਲੇ ਲੱਗਿਆ ਹੋਇਆ ਬਹੁਤ ਜ਼ਿਆਦਾ ਸੁਹਿਰਦਤਾ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਲੱਗੇ ਹੋਏ ਨੇ ਵੀ ਇਹ ਠੀਕ ਹੋ ਜਾਵੇ ਸਾਰਾ ਕੁਝ। ਬਹੁਤ ਮਾਨਯੋਗ ਸਾਡੇ ਸਿੰਘ ਸਾਹਿਬ, ਹਮੇਸ਼ਾ ਉਹਨਾਂ ਦੀ ਕੋਸ਼ਿਸ਼ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਤੇ ਐਗਜ਼ੈਕਟਿਵ ਵੀ ਲੱਗੀ ਹੋਈ ਹੈ ਵੀ ਇਹ ਕੋਸ਼ਿਸ਼ ਹੈ ਉਹਨਾਂ ਦੀ ਵੀ ਇਹ ਸਾਰਾ ਜਿਹੜੀ ਹੈ ਜਿੱਥੇ ਅਸੀਂ ਪੰਥ ਨੂੰ ਜਵਾਬ ਦੇं ਸਾਰਾ ਠੀਕ ਹੋ ਜਾਵੇ। ਤੁਹਾਡਾ ਬੜਾ ਧੰਨਵਾਦ ਹੈ ਜੀ, ਤੁਸੀਂ ਬੜੀ ਬੇਬਾਕੀ ਦੇ ਨਾਲ ਜਿਹੜੀਆਂ ਗੱਲਾਂ ਦਾ ਜਵਾਬ ਵੀ ਦਿੱਤਾ, ਕੋਈ ਸਵਾਲ ਜਿਹੜੇ ਤਿੱਖੇ ਵੀ ਹੋਏ ਨੇ ਉਹਨਾਂ ਦਾ ਜਵਾਬ ਵੀ ਦਿੱਤਾ ਹੈਗਾ। ਸੋ ਦੋਸਤੋ, ਜਿਸ ਤਰ੍ਹਾਂ ਇਹਨਾਂ ਨੇ ਕਿਹਾ ਵੀ ਵਾਕਈ ਜਿਹੜੀ ਸਿਸਟਮ ਬਦਲਣ ਦੀ ਜ਼ਰੂਰਤ ਹੈਗੀ, ਹਾਲਾਂਕਿ ਕਹਿ ਰਹੇ ਨੇ ਵੀ ਅੰਤਰਿਮ ਕਮੇਟੀ ਲੱਗੀ ਹੋਈ ਹੈਗੀ, ਉਹਦਾ ਤਾਂ ਪਤਾ ਅੱਜ ਲੱਗਣਾ ਕਿਉਂਕਿ ਮੀਟਿੰਗ ਅੱਜ ਵੀ ਚੱਲ ਰਹੀ ਹੈਗੀ। ਫਿਲਹਾਲ ਮੀਟਿੰਗ ਹੈ ਜਿਹੜੀ ਉਹ ਚੱਲ ਰਹੀ ਹੈ, ਸ਼ਾਮ ਤੱਕ ਉਹਦਾ ਵੀ ਰਿਜ਼ਲਟ ਆ ਜਾਣਾ ਵੀ ਕਿੰਨਾ ਕੁ ਲੱਗੇ ਹੋਏ ਆ ਜਾਂ ਕਿੰਨਾ ਕੁ ਉਹਦੇ ਨਾਲ ਬਾਕੀ ਅੰਤਰਿਮ ਕਮੇਟੀ ਪੂਰੀ ਤਰ੍ਹਾਂ ਇਕੱਠੀ ਹੈ, ਸਹਿਮਤ ਹੈ ਜਾਂ ਨਹੀਂ ਹੈਗੀ। ਸੋ ਅਰਦਾਸ ਗੁਰੂ ਮਹਾਰਾਜ ਅੱਗੇ ਇਹੀ ਹੈ ਵੀ ਸਾਰਿਆਂ ਨੂੰ ਸਮੱਤ ਬਖਸ਼ੇ। ਤੇ ਜਿਸ ਤਰ੍ਹਾਂ ਸਿੰਘ ਸਾਹਿਬ ਨੇ ਕਿਹਾ ਵੀ ਜਿਹੜੀ ਹਉਮੈ ਆ ਇਹ ਸਿੱਖਾਂ ਦੇ ਵਿੱਚੋਂ ਜਿੰਨਾ ਚਿਰ ਦੂਰ ਨਹੀਂ ਹੁੰਦੀ ਉਹਨਾਂ ਚਿਰ ਸ਼ਾਇਦ ਜਿਹੜਾ ਸੁਧਾਰ ਹੈ ਇਹਦੇ ਵਿੱਚ ਅਸੀਂ ਉਹ ਅੱਗੇ ਨਹੀਂ ਵੱਧ ਸਕਾਂਗੇ। ਜੇ ਸੁਧਾਰ ਵੱਲ ਅੱਗੇ ਤੁਰਨਾ ਤਾਂ ਹਉਮੈ ਜ਼ਰੂਰ ਸਾਨੂੰ ਛੱਡਣੀ ਪਊਗੀ। ਸੋ ਇੰਨੇ ਦੇ ਨਾਲ ਹੀ ਤੁਹਾਤੋਂ ਲੈਂਦੇ ਹਾਂ ਇਜਾਜ਼ਤ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਣੇ ਸਰਬੱਤ ਕਵਲ। ਮੈਂ ਅਖੀਰ ਦੇ ਵਿੱਚ ਜੀ ਆਪਣਾ ਪੰਜਾਬ ਟੀਵੀ ਦਾ ਤੇ ਸੰਧੂ ਸਾਹਿਬ ਤੁਹਾਡਾ ਉਚੇਚੇ ਤੌਰ ਦੇ ਉੱਤੇ ਧੰਨਵਾਦ ਕਰਦਾ ਵੀ ਤੁਸੀਂ ਮੈਨੂੰ ਸਿੱਖ ਸੰਗਤ ਦੇ ਸਾਹਮਣੇ ਲਿਆ ਕੇ ਰੂਬਰੂ ਕੀਤਾ। ਤੇ ਮੈਂ ਮੇਰੇ ਕਮੈਂਟ ਕਰਨ ਵਾਲੇ ਸੱਜਣਾਂ ਨੂੰ ਬੇਨਤੀ ਜ਼ਰੂਰ ਕਰੂੰਗਾ ਵੀ ਯਾਰ ਗਾਲਾਂ ਘੱਟ ਕੱਢਿਆ ਕਰੋ, ਵਧੀਆ ਰਾਇ ਜਿਹੜੀ ਤੁਸੀਂ ਉਹ ਜ਼ਰੂਰ ਕਮੈਂਟਾਂ ਦੇ ਵਿੱਚ ਦਿਆ ਕਰੋ, ਕਮੀਆਂ ਸਾਡੀਆਂ ਜ਼ਰੂਰ ਉਜਾਗਰ ਕਰਿਆ ਕਰੋ, ਅਸੀਂ ਕਮੀਆਂ ਨੂੰ ਦੂਰ ਕਰ ਸਕੀਏ। ਇਹ ਮੇਰੀ ਜ਼ਰੂਰ ਬੇਨਤੀ ਆ। ਫਿਰ ਤੁਹਾਡਾ ਧੰਨਵਾਦ ਤੁਹਾਡੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਤੇ ਤੁਹਾਨੂੰ ਉਚੇਚੇ ਤੌਰ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।